ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 23 ਅਕਤੂਬਰ ਹੈ, ਦਿਨ ਸ਼ਨੀਵਾਰ ਹੈ। ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਤੁਹਾਨੂੰ ਖਾਸ ਤੇ ਵੱਡੀਆਂ ਖਬਰਾਂ ਦੱਸ ਦਿੰਦੇ ਹਾਂ। ਪਾਵਰਕਾਮ ਦੇ ਵੱਲੋਂ ਬਿਜਲੀ ਬਿੱਲਾਂ ਦੇ 77 ਕਰੋੜ 37 ਲੱਖ ਰੁਪਏ ਦੇ ਬਕਾਏ ਮਾਫ ਕਰ ਦਿੱਤੇ ਗਏ ਨੇ। 2 ਕਿਲੋਵਾਟ ਤੋਂ ਘੱਟ ਲੋਡ ਵਾਲੇ 96,911 ਘਰੇਲੂ ਜਿਹੜੇ ਖਪਤਕਾਰ ਨੇ ਉਹਨਾਂ ਨੂੰ ਲਾਭ ਮਿਲੇਗਾ, ਯਾਨੀ ਕਿ ਇੰਨੇ ਪਰਿਵਾਰਾਂ ਨੂੰ ਲਾਭ ਮਿਲੇਗਾ ਪੰਜਾਬ ਦਿਆਂ ਨੂੰ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ BSF ਦਾ ਅਧਿਕਾਰ ਖੇਤਰ ਵਧਾਉਣ ਦਾ ਮਾਮਲਾ ਮੁੜ ਵਿਚਾਰਿਆ ਜਾਵੇ। ਪੈਟਰੋਲ ਤੇ ਡੀਜ਼ਲ ਦੇ ਭਾਅ ਦੇ ਵਿੱਚ ਮੁੜ ਤੋਂ 35 ਪੈਸੇ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਗਿਆ। ਸਿੰਘੂ ਕਤਲकांड ਦੇ ਵਿੱਚ ਜਿਹੜੀ ਸੰਯੁਕਤ ਕਿਸਾਨ ਮੋਰਚੇ ਨੇ ਵਿਸ਼ੇਸ਼ ਜਾਂਚ ਟੀਮ ਬਣਾਈ ਹੈ, ਉਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 2 ਮੈਂਬਰੀ ਟੀਮ ਉਸ ਪਿੰਡ ਦੇ ਵਿੱਚ ਚਲੀ ਗਈ ਹੈ ਜਿਸ ਪਿੰਡ ਦਾ ਲਖਬੀਰ ਸਿੰਘ T2 ਰਹਿਣ ਵਾਲਾ ਸੀ। ਮ੍ਰਿਤਕ ਦੀ ਭੈਣ ਰਾਜ ਕੌਰ ਨੇ ਕਿਹਾ ਕਿ ਲਖਬੀਰ ਸਿੰਘ ਦੇ ਬਾਹਰਲੇ ਬੰਦਿਆਂ ਦੇ ਨਾਲ ਤਾਰ ਜੁੜਨ ਤੋਂ ਬਾਅਦ 10 ਦਿਨਾਂ ਦੇ ਅੰਦਰ ਇਹ ਸਾਰਾ ਭਾਣਾ ਵਾਪਰ ਗਿਆ ਹੈ। ਲਖੀਮਪੁਰ ਖੀਰੀ ਕਤਲकांड ਦੇ ਵਿੱਚ ਯੋਗੀ ਸਰਕਾਰ ਨੇ ਸਿੱਟ ਮੁਖੀ ਦਾ ਤਬਾਦਲਾ ਕਰ ਦਿੱਤਾ ਹੈ। 5 ਹੋਰ ਪੁਲਿਸ ਅਧਿਕਾਰੀਆਂ ਦੀਆਂ ਵੀ ਬਦਲੀਆਂ ਕਰ ਦਿੱਤੀਆਂ ਨੇ। ਅਗਰਵਾਲ DGP ਹੈੱਡਕੁਆਰਟਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਸੀ, ਪਰ ਹੁਣ ਉਹਨਾਂ ਦਾ ਤਬਾਦਲਾ ਦੇਵੀ ਪਾਟਨ ਰੇਂਜ ਦੇ DIG ਵਜੋਂ ਕਰ ਦਿੱਤਾ ਗਿਆ। ਹਾਲਾਂਕਿ DGP ਮੁਕੁਲ ਗੋਇਲ ਨੇ ਕਿਹਾ ਕਿ ਉਪੇਂਦਰ ਅਗਰਵਾਲ ਸਿੱਟ ਮੁਖੀ ਦੇ ਵਜੋਂ ਆਪਣੀਆਂ ਸੇਵਾਵਾਂ ਜਾਰੀ ਰੱਖਣਗੇ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤ ਆਸ਼ੀਸ਼ ਮਿਸ਼ਰਾ ਨੂੰ ਲਖੀਮਪੁਰ ਖੀਰੀ ਪੁਲਿਸ ਨੇ 2 ਦਿਨ ਦੇ ਰਿਮਾਂਡ ਤੇ ਹੋਰ ਲਿਆ ਹੈ। ਯੋਗੇਂਦਰ ਯਾਦਵ ਦੀ ਮੁਅੱਤਲੀ ਦੇ ਫੈਸਲੇ ਤੇ ਸੰਯੁਕਤ ਕਿਸਾਨ ਮੋਰਚਾ ਸਫਾਈਆਂ ਦੇ ਰਿਹਾ ਹੈ ਕਿ ਕਿਸਾਨਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਹੈ। ਟਿਕੈਤ ਨੇ ਵੀ ਕਿਹਾ ਕਿ ਯੋਗੇਂਦਰ ਦੀ ਮੁਅੱਤਲੀ ਦਾ ਫੈਸਲਾ 40 ਮੈਂਬਰੀ ਕਮੇਟੀ ਨੇ ਕੀਤਾ ਹੈ ਤੇ ਦੂਸਰੇ ਪਾਸੇ ਗੁਰਨਾਮ ਸਿੰਘ ਚੜੂਨੀ ਕਹਿ ਰਹੇ ਨੇ ਕਿ ਜੇ ਯੋਗੇਂਦਰ ਯਾਦਵ ਮਾਫੀ ਨਹੀਂ ਮੰਗਦਾ ਤਾਂ ਉਹਨੂੰ ਪੱਕੇ ਤੌਰ ਤੇ ਮੋਰਚੇ ਚੋਂ ਕੱਢ ਦੇਣਾ ਚਾਹੀਦਾ ਹੈ। ਲਖੀਮਪੁਰ ਖੀਰੀ ਕਤਲकांड ਦੇ ਵਿੱਚ ਜਿਹੜੇ ਕਿਸਾਨਾਂ ਦੀਆਂ ਅਸਥੀਆਂ ਪੰਜਾਬ ਦੇ ਵਿੱਚ ਪਹੁੰਚੀਆਂ ਸੀ, ਕਲਸ਼ ਯਾਤਰਾ ਸ਼ਹੀਦ ਕਿਸਾਨ ਕਲਸ਼ ਯਾਤਰਾ ਸ਼ੁਰੂ ਕੀਤੀ ਗਈ ਸੀ, ਉਹ ਅਸਥੀਆਂ ਹੁਸੈਨੀਵਾਲਾ ਦੇ ਵਿੱਚ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ ਨੇ। ਪਟਿਆਲਾ ਤੋਂ ਸ਼ੁਰੂ ਹੋਈ ਅਸਥੀ ਕਲਸ਼ ਯਾਤਰਾ ਸੰਗਰੂਰ, ਬਰਨਾਲਾ ਤੇ ਮੋਗਾ ਤੋਂ ਹੁੰਦੀ ਹੋਈ ਫਿਰੋਜ਼ਪੁਰ ਪਹੁੰਚੀ ਸੀ। ਪੰਜਾਬ ਦੇ ਵਿੱਚ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਦੇ ਵਿੱਚ ਜਿੰਨੇ ਵੀ ਮੋਰਚੇ ਧਰਨੇ ਲੱਗੇ ਹੋਏ ਨੇ, ਸਭ ਦੇ ਵਿੱਚੋਂ ਹੁਣ ਆਵਾਜ਼ ਉੱਠ ਰਹੀ ਹੈ ਕਿ ਨਰਮਾ ਪੱਟੀ ਵਾਲੇ ਕਿਸਾਨਾਂ ਦੀ ਸਾਰ ਲਈ ਜਾਵੇ। ਚੰਨੀ ਸਰਕਾਰ ਕਿੱਥੇ ਸੁੱਤੀ ਪਈ ਹੈ? ਮੁਆਵਜ਼ਾ ਕਿਉਂ ਨਹੀਂ ਦਿੱਤਾ ਜਾ ਰਿਹਾ? ਮੁਆਵਜ਼ੇ ਦਾ ਐਲਾਨ ਵੀ ਹਜੇ ਨਹੀਂ ਕੀਤਾ ਗਿਆ ਕਿ ਕਿੰਨਾ ਦੇਣਾ ਹੈ, ਵੀ ਕਲੀਅਰ ਨਹੀਂ ਹੈਗਾ ਤੇ ਕਿਸਾਨ ਲਗਾਤਾਰ ਵਿੱਤ ਮੰਤਰੀ ਦੇ ਘਰ ਦੇ ਬਾਹਰ ਪੱਕਾ ਮੋਰਚਾ ਲਾ ਕੇ ਬੈਠੇ ਨੇ। ਪਿਛਲੇ ਦਿਨੀ ਉਪ ਮੁੱਖ ਮੰਤਰੀ ਰੰਧਾਵਾ ਨੇ ਕਿਹਾ ਸੀ ਕਿ ਦੀਵਾਲੀ ਤੋਂ ਪਹਿਲਾਂ ਮੁਆਵਜ਼ਾ ਦੇ ਦਿੱਤਾ ਜਾਵੇ, ਪਰ ਦੀਵਾਲੀ ਆਉਣ ਦੇ ਵਿੱਚ ਕੁਝ ਕੁ ਦਿਨ ਹੀ ਬਾਕੀ ਰਹਿ ਗਏ ਨੇ। ਪਰ ਗੁਲਾਬੀ ਸੁੰਡੀ ਦੇ ਬਰਬਾਦ ਕੀਤੇ ਕਿਸਾਨ ਹਾਲੇ ਵੀ ਸਰਕਾਰ ਦੇ ਫੈਸਲੇ ਨੂੰ ਉਡੀਕ ਰਹੇ ਨੇ। ਆਮ ਆਦਮੀ ਪਾਰਟੀ ਇਲਜ਼ਾਮ ਲਾ ਰਹੀ ਹੈ ਕਿ ਮੁੱਖ ਮੰਤਰੀ ਚੰਨੀ ਨੇ ਮੁਆਵਜ਼ੇ ਦੇ ਨਾਂ ਤੇ ਕਿਸਾਨਾਂ ਨੂੰ ਧੋਖਾ ਦਿੱਤਾ ਹੈ। CBSE ਦੇ ਵੱਲੋਂ ਪੰਜਾਬੀ ਨੂੰ ਮਾਈਨਰ ਵਿਸ਼ੇ ਵਿੱਚ ਰੱਖਣ ਦੇ ਖਿਲਾਫ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਸਿੱਖਿਆ ਮੰਤਰੀ ਪ੍ਰਗਟ ਸਿੰਘ ਅਤੇ ਹੋਰ ਵੀ ਜਿਹੜੇ ਪਾਰਟੀਆਂ ਦੇ ਲੀਡਰ ਨੇ ਸਾਰੇ ਡਟੇ ਹੋਏ ਨੇ। ਹਾਲਾਂਕਿ CBSE ਨੇ ਮੁੱਖ ਮੰਤਰੀ ਚੰਨੀ ਦੇ ਵਿਰੋਧ ਤੋਂ ਬਾਅਦ ਪੰਜਾਬ ਦੇ ਵਿੱਚ ਉੱਠੇ ਵਿਰੋਧ ਤੋਂ ਬਾਅਦ ਸਪਸ਼ਟੀਕਰਨ ਜ਼ਰੂਰ ਦਿੱਤਾ ਹੈ, ਪਰ ਉਹ ਸਪਸ਼ਟੀਕਰਨ ਜ਼ਿਆਦਾ ਕੋਈ ਪੁਖਤਾ ਨਹੀਂ ਜਾਪਦਾ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਇੱਕ ਦੂਸਰੇ ਤੇ ਤਿੱਖੇ ਸ਼ਬਦੀ ਹਮਲੇ ਕਰ ਰਹੇ ਨੇ, ਉਹ ਵੀ ਨਿੱਜੀ ਤੌਰ ਤੇ। ਰੰਧਾਵਾ ਨੇ ਜਿੱਥੇ ਕੈਪਟਨ ਦੀ ਪਾਕਿਸਤਾਨੀ ਮਹਿਲਾ ਮਿੱਤਰ ਅਰੂਸਾ ਆਲਮ ਨੂੰ ਲੈ ਕੇ ਤਿੱਖੇ ਨਿਸ਼ਾਨੇ ਕਸੇ ਨੇ, ਤਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਜਵਾਬ ਦਿੱਤਾ ਹੈ ਤੇ ਉਸ ਤੋਂ ਬਾਅਦ ਅੱਜ ਤੜਕੇ ਰੰਧਾਵਾ ਨੇ ਫਿਰ ਕੈਪਟਨ ਨੂੰ ਮੋੜਵਾਂ ਜਵਾਬ ਦਿੱਤਾ ਹੈ। ਰੰਧਾਵਾ ਨੇ ਅਰੂਸਾ ਆਲਮ ਦੇ ISI ਨਾਲ ਸੰਬੰਧਾਂ ਬਾਰੇ ਜਾਂਚ ਦੀ ਗੱਲ ਕੀਤੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਰੰਧਾਵਾ ਨੂੰ ਲੰਬੇ ਹੱਥੀਂ ਲਿਆ ਕੇ ਹੈ ਕਿ ਹੁਣ ਮੇਰੇ ਸਾਬਕਾ ਵਜ਼ਾਰਤੀ ਸਾਥੀ ਨਿੱਜੀ ਹਮਲਿਆਂ ਤੇ ਉੱਤਰ ਆਏ ਨੇ। ਕਹਿੰਦੇ ਮੈਨੂੰ ਤਾਂ ਇਹ ਫਿਕਰ ਸਤਾਉਂਦਾ ਹੈ ਕਿ ਹੁਣ ਜਦੋਂ ਤਿਉਹਾਰਾਂ ਦਾ ਸਮਾਂ ਤੇ ਦਹਿਸ਼ਤੀ ਖਤਰੇ ਦੀ ਸੰਭਾਵਨਾ ਸਿਖਰ ਤੇ ਹੈ, ਅਜਿਹੇ ਮੌਕੇ DGP ਪੰਜਾਬ ਨੂੰ ਸੂਬੇ ਦੀ ਸੁਰੱਖਿਆ ਨੂੰ ਤਾਕ ਤੇ ਰੱਖ ਕੇ ਬੇਬੁਨਿਆਦ ਜਾਂਚ ਦੇ ਕੰਮ ਲਾਇਆ ਜਾ ਰਿਹਾ ਹੈ। ਤੁਸੀਂ ਮੇਰੀ ਵਜ਼ਾਰਤ ਵਿੱਚ ਮੰਤਰੀ ਰਹੇ ਹੋ, ਉਦੋਂ ਤੁਸੀਂ ਕਦੇ ਵੀ ਅਰੂਸਾ ਆਲਮ ਦੀ ਸ਼ਿਕਾਇਤ ਨਹੀਂ ਕੀਤੀ, ਹੁਣ ਤੁਹਾਨੂੰ ਕੀ ਹੋ ਗਿਆ? ਪਿਛਲੇ 16 ਸਾਲਾਂ ਤੋਂ ਕਹਿੰਦੇ ਉਹ ਭਾਰਤ ਸਰਕਾਰ ਦੀ ਲੋੜੀਂਦੀ ਪ੍ਰਵਾਨਗੀ ਨਾਲ ਹੀ ਇੱਥੇ ਆ ਰਹੀ ਹੈ। ਕਹਿੰਦੇ ਜਾਂ ਫਿਰ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ NDA ਤੇ ਕਾਂਗਰਸ ਦੀ ਅਗਵਾਈ ਵਾਲੇ UPA ਗੱਠਜੋੜ ਦੀ ਸਰਸੇ ਦੌਰਾਨ ਪਾਕਿਸਤਾਨ ਦੀ ISI ਨਾਲ ਅੰਦਰ ਖਾਤੇ ਮਿਲੀ ਭੁਗਤ ਸੀ। ਕੈਪਟਨ ਨੇ ਕਿਹਾ ਕਿ ਹੁਣ ਤੁਸੀਂ ਨਿੱਜੀ ਹਮਲਿਆਂ ਤੇ ਉੱਤਰ ਆਏ ਹੋ। ਤੁਹਾਡੇ ਕੋਲ 1 ਮਹੀਨੇ ਬਾਅਦ ਲੋਕਾਂ ਨੂੰ ਵਿਖਾਉਣ ਲਈ ਕੀ ਇਹੀ ਕੁਝ ਰਹਿ ਗਿਆ? ਬਰਗਾੜੀ ਤੇ ਨਸ਼ਾ ਕੇਸਾਂ ਵਿੱਚ ਤੁਹਾਡੇ ਲੰਮੇ ਚੌੜੇ ਵਾਅਦਿਆਂ ਦਾ ਕੀ ਬਣਿਆ? ਪੰਜਾਬ ਨੂੰ ਹਾਲੇ ਵੀ ਤੁਹਾਡੇ ਵਾਅਦਿਆਂ ਤੇ ਕਾਰਵਾਈ ਦੀ ਉਡੀਕ ਹੈ। ਉਸ ਤੋਂ ਬਾਅਦ ਰੰਧਾਵਾ ਨੇ ਫਿਰ ਜਵਾਬ ਦਿੱਤੇ ਨੇ। ਕੈਪਟਨ ਅਮਰਿੰਦਰ ਸਿੰਘ ਨੂੰ ਸੰਬੋਧਨ ਕਰਦਿਆਂ ਹੋਇਆ ਟਵੀਟ ਕੀਤੇ ਨੇ ਕਿ ਕੈਪਟਨ ਸਾਹਿਬ, ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਸਾਡੇ ਵਿੱਚ ਵਖਰੇਵੇਂ ਕਿਉਂ ਆਏ ਨੇ। ਕਹਿੰਦੇ ਤੁਹਾਨੂੰ ਕਾਨੂੰਨ ਦੀ ਕੋਈ ਚਿੰਤਾ ਨਹੀਂ ਹੈ, ਪੰਜਾਬ ਦੀ ਤੁਹਾਨੂੰ ਕੋਈ ਚਿੰਤਾ ਨਹੀਂ ਹੈ। ਪੁਲਿਸ ਹੈ ਜਿਹੜੀ ਉਹ ਲੋਕਾਂ ਦੀ ਸੁਰੱਖਿਆ ਕਰ ਰਹੀ ਹੈ, ਚੀਕੂ ਤੇ ਸੀਤਾਫਲ ਨਹੀਂ ਕਰ ਰਹੀ। ਨਸ਼ਿਆਂ ਤੇ ਬੇਅਦਬੀ ਦੇ ਮਸਲੇ ਤੇ ਵੀ ਰੰਧਾਵਾ ਨੇ ਕੈਪਟਨ ਨੂੰ ਰਗੜਦਿਆਂ ਕਿਹਾ ਕਿ ਤੁਸੀਂ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਸਹੁੰ ਚੁੱਕੀ ਸੀ, ਪਰ 4.5 ਸਾਲਾਂ ਦੇ ਵਿੱਚ ਤੁਸੀਂ ਕੁਝ ਵੀ ਨਹੀਂ ਕੀਤਾ, ਵਾਅਦੇ ਤੁਸੀਂ ਨਹੀਂ ਪੂਰੇ ਕੀਤੇ। ਅਰੂਸਾ ਆਲਮ ਤੇ ISI ਦੇ ਵਿਚਾਲੇ ਸੰਬੰਧਾਂ ਤੇ ਵੀ ਉਹਨਾਂ ਨੇ ਕਿਹਾ ਕਿ ਤੁਹਾਨੂੰ ਇੰਨੀ ਕਿਉਂ ਫਿਕਰ ਹੋ ਰਹੀ ਹੈ ਕਿ ਜੇ ਦੋਵਾਂ ਦੇ ਸੰਬੰਧਾਂ ਦੀ ਜਾਂਚ ਹੁੰਦੀ ਹੈ, ਮੈਂ ਆਸ ਕਰਦਾ ਕਿ ਜਿਹੜੇ ਇਸ
ਇਸ ਜਾਂਚ ਦੇ ਨਾਲ ਸੰਬੰਧਿਤ ਲੋਕ ਨੇ ਉਹ ਪੁਲਿਸ ਦੇ ਨਾਲ ਜ਼ਰੂਰ ਸਹਿਯੋਗ ਕਰਨਗੇ। ਯਾਨੀ ਕਿ ਰੰਧਾਵਾ ਨੇ ਸਾਫ਼ ਕਰ ਦਿੱਤਾ ਹੈ ਕਿ ਜਾਂਚ ਜ਼ਰੂਰ ਹੋਵੇਗੀ। ਤੇ ਉਧਰ ਕਾਂਗਰਸ ਹਾਈ ਕਮਾਨ ਨੇ ਹਰੀਸ਼ ਰਾਵਤ ਦੀ ਥਾਂ ਤੇ ਹੁਣ ਹਰੀਸ਼ ਚੌਧਰੀ ਨੂੰ ਪੰਜਾਬ ਮਾਮਲਿਆਂ ਦੇ ਇੰਚਾਰਜ ਨਿਯੁਕਤ ਕਰ ਦਿੱਤਾ ਹੈ। ਕਾਂਗਰਸ ਨੇ 26 ਤਰੀਕ ਨੂੰ ਜਨਰਲ ਸਕੱਤਰਾਂ ਤੇ ਪ੍ਰਦੇਸ਼ ਪ੍ਰਧਾਨਾਂ ਦੀ ਬੈਠਕ ਵੀ ਸੱਦ ਲਈ ਹੈ। ਮੇਘਾਲਿਆ ਸੂਬੇ ਦੇ ਸ਼ਿਲੌਂਗ ਵਿੱਚ ਵਸਦੇ 350 ਸਿੱਖ ਪਰਿਵਾਰਾਂ ਤੇ ਉਜਾੜੇ ਦੀ ਤਲਵਾਰ ਲਟਕੀ ਹੋਈ ਹੈ। ਇਹਨਾਂ ਸਿੱਖ ਪਰਿਵਾਰਾਂ ਦੇ ਵੱਲੋਂ ਆਪਣੇ ਹੱਕਾਂ ਦੀ ਰਾਖੀ ਲਈ ਮੇਘਾਲਿਆ ਸਰਕਾਰ ਦੇ ਖਿਲਾਫ ਲੜਾਈ ਜਾਰੀ ਹੈ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਿ ਉੱਥੇ ਵਸਦੇ ਸਿੱਖਾਂ ਦੇ ਹੱਕ ਦੇ ਵਿੱਚ ਉੱਥੇ ਕੁਝ ਜਦੋਂ ਪਹਿਲਾਂ ਹੋਇਆ ਸੀ ਰੌਲਾ ਗੋਲਾ ਉਦੋਂ ਜਾ ਵੀ ਚੁੱਕੇ ਨੇ। ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਭੇਜੀ ਹੈ, ਪਰ ਗ੍ਰਹਿ ਮੰਤਰੀ ਨੇ ਕੋਈ ਵੀ ਹੁੰਗਾਰਾ ਨਹੀਂ ਦਿੱਤਾ। ਬਾਗਾ ਪੁਰਾਣਾ ਦੇ ਵਿੱਚ ਕੱਲ ਫਿਰ ਕਿਸਾਨਾਂ ਨੇ ਹਰਸਿਮਰਤ ਕੌਰ ਬਾਦਲ ਦਾ ਵਿਰੋਧ ਕੀਤਾ। ਮਾਨਸਾ ਸਰਸਾ ਮੁੱਖ ਮਾਰਗ ਤੇ ਕੱਲ ਲੋਕਾਂ ਨੇ ਧਰਨਾ ਲਾਇਆ ਕਿਉਂਕਿ ਪੁਲਿਸ ਦੀ ਲਾਪਰਵਾਹੀ ਦੇ ਕਾਰਨ ਇੱਥੇ ਮਰੀਜ਼ ਦੀ ਮੌਤ ਹੋਣ ਦਾ ਇਲਜ਼ਾਮ ਲਾਇਆ ਗਿਆ। ਨਾਕੇ ਤੇ ਐਂਬੂਲੈਂਸ ਰੋਕਣ ਕਰਕੇ ਹਸਪਤਾਲ ਪਹੁੰਚਣ ਵਿੱਚ ਦੇਰੀ ਹੋਈ ਤੇ ਡਰਾਈਵਰ ਦੀ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਲਾਸ਼ ਨੂੰ ਸੜਕ ਤੇ ਰੱਖ ਕੇ ਧਰਨਾ ਲਾਇਆ। ਰੋਸ ਵਜੋਂ ਮਾਨਸਾ ਸਰਦੂਲਗੜ੍ਹ ਤੇ ਸਿਰਸਾ ਵਿੱਚ ਐਂਬੂਲੈਂਸ ਸੇਵਾਵਾਂ ਬੰਦ ਰੱਖੀਆਂ ਗਈਆਂ। ਮ੍ਰਿਤਕ ਦਰਸ਼ਨ ਸਿੰਘ ਦੀ ਉਮਰ 42 ਸਾਲ ਸੀ। ਦਰਸ਼ਨ ਸਿੰਘ ਨੂੰ ਗੰਭੀਰ ਹਾਲਤ ਦੇ ਵਿੱਚ ਐਂਬੂਲੈਂਸ ਰਾਹੀਂ ਸਿਰਸਾ ਤੋਂ ਡੀਐਮਸੀ ਲੁਧਿਆਣਾ ਲਿਜਾਇਆ ਜਾ ਰਿਹਾ ਸੀ, ਪਰ ਝੁਨੀਰ ਕੋਲ ਜਦੋਂ ਪਹੁੰਚੇ ਤਾਂ ਨਾਕੇ ਤੇ ਤੈਨਾਤ ਪੁਲਿਸ ਨੇ ਬਿਨਾਂ ਕਾਰਨ ਰੋਕ ਲਿਆ ਤੇ ਡਰਾਈਵਰ ਦੀ ਕੁੱਟਮਾਰ ਕੀਤੀ। ਇਸ ਮਸਲੇ ਦੇ ਵਿੱਚ 3 ਪੁਲਿਸ ਮੁਲਾਜ਼ਮ ਮੁਅੱਤਲ ਕਰ ਦਿੱਤੇ ਗਏ ਨੇ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਰਾਮਦਾਸ ਸਾਹਿਬ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਤੇ ਧੂਮਧਾਮ ਦੇ ਨਾਲ ਮਨਾਇਆ ਗਿਆ। ਦਰਬਾਰ ਸਾਹਿਬ ਦੀਆਂ ਰੌਣਕਾਂ ਤੁਸੀਂ ਦੇਖ ਸਕਦੇ ਹੋ। ਦਾ ਖਾਲਸ ਟੀਵੀ ਦੀਆਂ ਖਾਸ ਤਸਵੀਰਾਂ ਨੇ, ਦਿਨ ਦੀਆਂ ਵੀ ਨੇ, ਰਾਤ ਦੀਆਂ ਵੀ ਨੇ, ਜਿੱਥੇ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਪਹੁੰਚੀ। ਰਾਗ ਕੀਰਤਨ ਦਰਬਾਰ ਹੈ ਜਿਹੜਾ ਉਹ ਸਜਾਇਆ ਗਿਆ। ਪੂਰੀ ਰਾਤ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਨੇ ਗੁਰਬਾਣੀ ਕੀਰਤਨ ਗਾਇਨ ਕੀਤਾ ਅਤੇ ਪ੍ਰਕਾਸ਼ ਪੁਰਬ ਵਾਲੇ ਦਿਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਅਲੌਕਿਕ ਜਲੌਸ ਸਜਾਏ ਗਏ। ਰੰਗ ਬਿਰੰਗੇ ਫੁੱਲਾਂ ਦੇ ਨਾਲ ਬਹੁਤ ਹੀ ਖੂਬਸੂਰਤ ਅਸਥਾਨ ਦੀ ਖੂਬਸੂਰਤੀ ਦੇ ਨਾਲ ਸਜਾਵਟ ਕੀਤੀ ਗਈ। ਸਾਹਿਬ ਜੀ ਸੋਰਠ ਮਹੱਲਾ ਪੰਜਵਾਂ। ਸੋਦਰ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਖੂਬਸੂਰਤ ਆਤਿਸ਼ਬਾਜ਼ੀ ਵੀ ਕੀਤੀ ਗਈ। ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਦਿਹਾੜੇ ਮਨਾਉਣੇ ਚਾਹੀਦੇ ਨੇ, ਬਹੁਤ ਹੀ ਖੁਸ਼ੀ ਵਾਲੇ ਦਿਨ ਹੁੰਦੇ ਨੇ ਤੇ ਉਸ ਤੋਂ ਵੀ ਵੱਧ ਜ਼ਰੂਰੀ ਹੁੰਦਾ ਹੈ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਦੇ ਉੱਤੇ ਚੱਲਣਾ, ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ। ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਖਬਰ ਤੁਹਾਨੂੰ ਦੱਸ ਦਿੰਦੇ ਹਾਂ। ਕਾਂਗਰਸ ਦੇ ਲੀਡਰ ਮੰਤਰੀ ਤਾਂ ਦੂਰ, ਹੁਣ ਤੱਕ ਮੀਡੀਆ ਵੀ ਜਿਹਦਾ ਨਾਮ ਲੈਣ ਤੋਂ ਕਤਰਾਉਂਦਾ ਸੀ ਜਾਂ ਕਹਿ ਸਕਦੇ ਹਾਂ ਡਰਦਾ ਸੀ, ਅੱਜ ਉਹੀ ਨਾਮ ਕਾਂਗਰਸ ਦੇ ਲੀਡਰ ਵੀ ਮੂਹਰੇ ਹੋ ਲੈ ਰਹੇ ਨੇ ਅਤੇ ਮੀਡੀਆ ਵੀ। ਨਾਮ ਹੈ ਅਰੂਸਾ ਆਲਮ, ਪਛਾਣ ਹੈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਮਿੱਤਰ। ਕੰਮ ਕੈਪਟਨ ਸਾਹਿਬ ਦੇ ਸਰਕਾਰੀ ਨਿਵਾਸ ਵਿੱਚ ਰਹਿਣਾ, ਕਥਿਤ ਤੌਰ ਤੇ ਪੰਜਾਬ ਸਰਕਾਰ ਦੇ ਕੰਮਾਂ 'ਚ ਪੂਰੀ ਦਖਲ ਅੰਦਾਜ਼ੀ ਦਾ ਵੀ ਇਲਜ਼ਾਮ ਹੈ। ਇੱਥੋਂ ਤੱਕ ਕਿ ਕੈਪਟਨ ਸਾਹਿਬ ਤੋਂ ਕੰਮ ਕਰਵਾਉਣ ਦੇ ਲਈ ਕਈ ਕਾਂਗਰਸੀ ਲੀਡਰ ਵੀ ਅਰੂਸਾ ਆਲਮ ਤੋਂ ਸਿਫਾਰਿਸ਼ਾਂ ਲਵਾਉਂਦੇ ਰਹੇ ਨੇ। ਇਹ ਵੀ ਹੁਣ ਗੱਲਾਂ ਖੁੱਲ ਰਹੀਆਂ ਨੇ। ਤਾਜ਼ਾ ਖਬਰਾਂ ਨੇ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਮਹਿਲਾ ਮਿੱਤਰ ਅਤੇ ਪਾਕਿਸਤਾਨ ਦੀ ਖੁਫੀਆ ਏਜੰਸੀ ISI ਕਨੈਕਸ਼ਨ ਦੀ ਜਾਂਚ ਕਰਵਾਵਾਂਗੇ। ਰੰਧਾਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵਾਰ-ਵਾਰ ਚੇਤਾਵਨੀ ਦੇਣ ਦੇ ਬਾਵਜੂਦ ਉਹਨਾਂ ਦੀ ਪਾਕਿਸਤਾਨੀ ਮਹਿਲਾ ਮਿੱਤਰ 4.5 ਸਾਲ ਉਹਨਾਂ ਦੀ ਸਰਕਾਰੀ ਕੋਠੀ ਵਿੱਚ ਰਹੀ।
ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਇਸ ਦੀ ਬਰੀਕੀ ਨਾਲ ਜਾਂਚ ਕਰਨ ਦੇ ਹੁਕਮ ਦੇਣ ਦਾ ਦਾਅਵਾ ਕੀਤਾ ਹੈ। ਰੰਧਾਵਾ ਨੇ ਕਿਹਾ ਕਿ ਈਡੀ ਦੇ ਕੇਸ ਦਾ ਸਾਹਮਣਾ ਕਰਨ ਅਤੇ ਪਾਕਿਸਤਾਨੀ ਨਾਗਰਿਕ ਨੂੰ ਸ਼ਰਨ ਦੇਣ ਤੋਂ ਬਾਅਦ ਹੀ ਕੈਪਟਨ ਅਮਰਿੰਦਰ ਸਿੰਘ ਨੇ ਬੀਜੇਪੀ ਦੇ ਨਾਲ ਜਾ ਕੇ ਹੱਥ ਮਿਲਾ ਲਿਆ ਤਾਂ ਕਿ ਇਹਨਾਂ ਸੰਗੀਨ ਮੁੱਦਿਆਂ ਦੇ ਵਿੱਚ ਉਹ ਦੁੱਧ ਧੋਤੇ ਰਹਿ ਸਕਣ। ਅਜਿਹੇ ਬਿਆਨ ਦੇਣ ਤੋਂ ਬਾਅਦ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਿੱਲੀ ਰਵਾਨਾ ਹੋਏ। ਅੰਦਰ ਖਾਤੇ ਖਬਰਾਂ ਨੇ ਕਿ ਮੁੱਖ ਮੁੱਦਾ ਅਰੂਸਾ ਆਲਮ ਤੇ ਕੈਪਟਨ ਦੀ ਦੋਸਤੀ ਦਾ ਹੀ ਹੋਵੇਗਾ। ਪਾਰਟੀ ਹਾਈਕਮਾਨ ਦੇ ਨਾਲ ਵੀ ਮੁਲਾਕਾਤ ਦੇ ਚਰਚੇ ਨੇ। ਕਾਂਗਰਸ ਦੇ ਅੰਦਰ ਖਾਤੇ ਖਿਚੜੀ ਹਾਲੇ ਵੀ ਬੜੇ ਭਾਂਤ ਦੀ ਪੱਕ ਰਹੀ ਹੈ। ਚੋਣਾਂ ਤੱਕ ਕਾਂਗਰਸ ਦੇ ਸਾਰੇ ਲੀਡਰ ਘਿਓ ਖਿਚੜੀ ਹੋ ਜਾਣਗੇ ਜਾਂ ਖਿਚੜੀ ਮੱਚ ਸੜ ਜਾਊਗੀ। ਇਸ ਬਾਰੇ ਤਾਜ਼ਾ ਹਾਲਾਤ ਬੜਾ ਕੁਝ ਕਹਿ ਰਹੇ ਨੇ। ਨਵਜੋਤ ਸਿੰਘ ਸਿੱਧੂ ਚੁੱਪੀ ਧਾਰ ਕੇ ਬੈਠੇ ਨੇ ਤੇ ਅਰੂਸਾ ਆਲਮ ਵਾਲਾ ਪੰਨਾ ਵੀ ਤਾਂ ਖੁੱਲਿਆ ਕਿਉਂਕਿ ਕੈਪਟਨ ਨੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਤਾਂ ਕੀਤਾ ਹੀ ਕੀਤਾ ਹੈ, ਨਾਲ ਹੀ ਬੀਜੇਪੀ ਦੇ ਨਾਲ ਗੱਠਜੋੜ ਦੇ ਸੰਕੇਤ ਵੀ ਦੇ ਦਿੱਤੇ ਨੇ। ਵਿਰੋਧੀਆਂ ਨੇ ਤਾਂ ਔਖੇ ਹੋਣਾ ਹੀ ਸੀ। ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਸਾਰੀਆਂ ਪਾਰਟੀਆਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਦੇ ਵਿਰੁੱਧ ਮੋਰਚਾ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਹੈ। ਵੀਰਵਾਰ ਦੀ ਸ਼ਾਮ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਇਹਨਾਂ ਦੋਵਾਂ ਦੀ ਪੰਜਾਬ ਪੁਲਿਸ ਦੇ ਸੀਨੀਅਰ ਅਫਸਰਾਂ ਦੇ ਨਾਲ ਬੈਠਕ ਹੋਈ। ਹਾਲਾਂਕਿ ਬੈਠਕ ਨੂੰ ਇੱਕ ਰਸਮੀ ਬੈਠਕ ਦੀ ਰੰਗਤ ਦਿੱਤੇ ਜਾਣ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਪਰ ਅੰਦਰ ਖਾਤੇ ਚਰਚਾ ਚੱਲ ਰਹੀ ਹੈ ਕਿ ਬੈਠਕ ਕਈ ਮਾਇਨਿਆਂ ਤੋਂ ਬੜੀ ਖਾਸ ਹੈ। ਸਿਆਸਤ ਵੀ ਬੜੀ ਅਜੀਬ ਹੁੰਦੀ ਹੈ। ਬੀਜੇਪੀ ਦੇ ਜਿਹੜੇ ਲੀਡਰ ਕੱਲ ਤੱਕ ਕੈਪਟਨ ਦੀ ਬਦਖੋਈ ਕਰਦੇ ਨਹੀਂ ਥੱਕਦੇ ਸੀ ਤੇ ਕੈਪਟਨ ਸਾਹਿਬ ਵੀ ਬੀਜੇਪੀ ਨੂੰ ਲਾਹਨਤਾਂ ਪਾਉਂਦੇ ਸੀ ਤੇ ਅੱਜ ਉਹੀ ਬੀਜੇਪੀ ਕੈਪਟਨ ਨੂੰ ਵੱਡਾ ਦੇਸ਼ ਭਗਤ ਦੱਸ ਰਹੀ ਹੈ। ਆਮ ਆਦਮੀ ਪਾਰਟੀ ਨੇ ਹੁਣ ਕੈਪਟਨ ਦੀ ਦੇਸ਼ ਭਗਤੀ ਤੇ ਸਵਾਲ ਖੜੇ ਕਰ ਦਿੱਤੇ ਨੇ। ਕਾਂਗਰਸ ਪਾਰਟੀ ਦੇ ਲੀਡਰਾਂ ਦੀ ਆਲੋਚਨਾ ਕਰਦਿਆਂ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਨੇ ਕਿਹਾ ਕਿ ਕਾਂਗਰਸੀ ਲੀਡਰਾਂ ਅਤੇ ਮੰਤਰੀਆਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਤੇ ਕਥਿਤ ISI ਏਜੰਟ ਦੇ ਠਹਿਰਣ ਤੇ ਹੁਣ ਤੁਹਾਡਾ ਕੀ ਰਵੱਈਆ ਹੈ? ਕੀ ਕਾਂਗਰਸੀਆਂ ਨੂੰ ਉਸ ਸਮੇਂ ਪਤਾ ਨਹੀਂ ਸੀ ਕਿ ਉਹ ISI ਦੀ ਏਜੰਟ ਸੀ? ਹੁਣ ਤੁਸੀਂ ਬੋਲ ਰਹੇ ਹੋ 4.5 ਸਾਲ ਤੁਸੀਂ ਕਿਉਂ ਨਹੀਂ ਬੋਲੇ? ਬੀਜੇਪੀ ਦੀ ਆਲੋਚਨਾ ਕਰਦਿਆਂ ਚੀਮਾ ਨੇ ਕਿਹਾ ਕਿ ਦੇਸ਼ ਦੇ ਕਿਸਾਨ ਜਿਹੜੇ ਸ਼ਾਂਤੀਪੂਰਵਕ ਵਿਰੋਧ ਕਰ ਰਹੇ ਨੇ ਉਹਨਾਂ ਨੂੰ ਅੱਤਵਾਦੀ ਕਿਹਾ ਜਾਂਦਾ, ਜਦਕਿ ਅਮਰਿੰਦਰ ਜਿਹਦੇ ਘਰ ਵਿੱਚ ਮਹਿਮਾਨ ਵਜੋਂ ਪਾਕਿਸਤਾਨੀ ਏਜੰਸੀ ISI ਦਾ ਏਜੰਟ ਸੀ, ਉਹ ਬੀਜੇਪੀ ਦਾ ਦੇਸ਼ ਭਗਤ ਹੈ। ਚੀਮਾ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਿਸਾਨਾਂ, ਮਜ਼ਦੂਰਾਂ ਤੇ ਉਹਨਾਂ ਦੇ ਬੱਚਿਆਂ ਨੂੰ ਅੱਤਵਾਦੀਆਂ ਵਜੋਂ ਦੇਖ ਰਹੀ ਹੈ, ਜਿਨ੍ਹਾਂ ਨੇ ਦੇਸ਼ ਦੀ ਰੱਖਿਆ ਤੇ ਬੰਜਰ ਜ਼ਮੀਨ ਨੂੰ ਉਪਜਾਊ ਬਣਾਉਣ ਦੇ ਲਈ ਆਪਣੀਆਂ ਜਾਨਾਂ ਗਵਾ ਦਿੱਤੀਆਂ ਤੇ ਬੀਜੇਪੀ ਕੈਪਟਨ ਸਾਹਿਬ ਦਾ ਪੂਰਾ ਬਚਾਅ ਕਰ ਰਹੀ ਹੈ। ਬੀਜੇਪੀ ਨੇ ਹੁਣ ਰੰਧਾਵਾ ਨੂੰ ਹੀ ਘੇਰ ਲਿਆ ਕਿਉਂਕਿ ਰੰਧਾਵਾ ਨੇ ਹੁਣ ਅਰੂਸਾ ਆਲਮ ਨੂੰ ਲੈ ਕੇ ਕੈਪਟਨ ਦੇ ਖਿਲਾਫ ਮੋਰਚਾ ਜੋ ਖੋਲ ਦਿੱਤਾ ਹੈ। ਬੀਜੇਪੀ ਦੇ ਲੀਡਰ ਹਰਜੀਤ ਗਰੇਵਾਲ ਨੇ ਰੰਧਾਵਾ ਨੂੰ ਕਿਹਾ ਕਿ 4.5 ਸਾਲਾਂ ਤੋਂ ਤੁਸੀਂ ਕਿਉਂ ਚੁੱਪ ਸੀਗੇ। ਤਿੱਖੀ ਭਾਸ਼ਾ ਦੀ ਵਰਤੋਂ ਕਰਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਰੰਧਾਵਾ ਹੁਣੀ 4.5 ਸਾਲ ਅਰੂਸਾ ਆਲਮ ਦੀਆਂ ਜੁੱਤੀਆਂ ਚੁੱਕਦੇ ਰਹੇ ਤੇ ਹੁਣ ਕਿਹੜੇ ਮੂੰਹ ਨਾਲ ਬੋਲ ਰਹੇ ਨੇ। ਸਾਨੂੰ ਤਾਂ ਪਤਾ ਵੀ ਨਹੀਂ ਸੀ ਉਹ ਕੌਣ ਹੈ, ਨਾ ਹੀ ਅਸੀਂ ਕਦੇ ਉਹਦੀ ਸ਼ਕਲ ਵੇਖੀ ਤੇ ਅੱਜ ਇਹ ਲੀਡਰ ਕਿਹੜੇ ਮੂੰਹ ਨਾਲ ਜਨਤਾ ਵਿੱਚ ਗੱਲ ਕਰਦੇ ਨੇ। ਘੇਰਨਾ ਕੈਪਟਨ ਨੂੰ ਹੋਵੇ ਤੇ ਸੁਖਬੀਰ ਸਿੰਘ ਬਾਦਲ ਕਿਵੇਂ ਪਿੱਛੇ ਰਹਿ ਸਕਦੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਦੋਂ ਅਸੀਂ ਕੈਪਟਨ ਦੇ ਖਿਲਾਫ ਬੋਲਦੇ ਸੀ ਤਾਂ ਸਭ ਤੋਂ ਪਹਿਲਾਂ ਸੁਖਜਿੰਦਰ ਰੰਧਾਵਾ ਹੀ ਮੂਹਰੇ ਆਉਂਦੇ ਸੀ। ਉਹਨਾਂ ਕਿਹਾ ਕਿ ਉਦੋਂ ਤੁਹਾਨੂੰ ਅਰੂਸਾ ਦੀ ਯਾਦ ਨਹੀਂ ਆਈ ਜਦੋਂ ਤੁਸੀਂ ਉਹਦੇ ਨਾਲ ਬਹਿ ਕੇ ਡਿਨਰ ਖਾਂਦੇ ਹੁੰਦੇ ਸੀ। ਸੁਖਬੀਰ ਨੇ ਪੁੱਛਿਆ ਕਿ ਉਦੋਂ ਕਾਂਗਰਸੀ ਲੀਡਰਾਂ ਨੂੰ ਕੈਪਟਨ ਸਾਹਿਬ ਦੀਆਂ ਕਮੀਆਂ ਯਾਦ ਕਿਉਂ ਨਹੀਂ ਆਈਆਂ? ਉਦੋਂ ਤਾਂ ਇਹਨਾਂ ਨੂੰ ਪਾਵਰ ਦੇ ਦਿੱਤੀ ਗਈ, ਸਾਰੇ ਮਹਿਕਮੇ ਦੇ ਦਿੱਤੇ, ਉਦੋਂ ਇਹ ਲੋਕ ਕਿਉਂ ਨਹੀਂ ਸੀ ਬੋਲਦੇ? ਹੁਣ ਇਹ ਸਾਰਾ ਕੁਝ ਬੋਲ ਰਹੇ ਨੇ ਤੇ ਸੱਚ ਵੀ ਇਹੀ ਹੈ ਇਸ ਮੁਲਕ ਦੀ ਸਿਆਸਤ ਦਾ। ਜਦੋਂ ਦੋ ਲੀਡਰ ਇੱਕ ਪਾਰਟੀ ਵਿੱਚ ਹੁੰਦੇ ਨੇ ਤਾਂ ਇੱਕ ਦੂਸਰੇ ਦੀਆਂ ਗਲਤ ਗੱਲਾਂ, ਕਮੀਆਂ ਲੁਕਾਉਣ ਦੇ ਵਿੱਚ ਕਿਸੇ ਹੱਦ ਤੱਕ ਵੀ ਜਾਂਦੇ ਨੇ ਤੇ ਜਦੋਂ ਇੱਕ ਜਣਾ ਪਾਰਟੀ ਛੱਡ ਕੇ ਦੂਸਰੀ ਪਾਰਟੀ ਵਿੱਚ ਟਪੂਸੀ ਮਾਰ ਗਿਆ ਤੇ ਫਿਰ ਸਾਰੇ ਭੇਤ ਨੇ ਜਿਹੜੇ ਉਹ ਆਪਣੇ ਆਪ ਹੀ ਖੋਲਣੇ ਸ਼ੁਰੂ ਕਰ ਦਿੰਦੇ ਨੇ। ਇਹੀ ਨੇ ਸਿਆਸਤ ਦੇ ਰੰਗ। ਤੇ ਉਧਰ ਕਾਂਗਰਸ ਹਾਈ ਕਮਾਂਡ ਨੇ ਹਰੀਸ਼ ਚੌਧਰੀ ਨੂੰ ਪੰਜਾਬ ਦੇ ਪਾਰਟੀ ਮਾਮਲਿਆਂ ਦਾ ਇੰਚਾਰਜ ਨਿਯੁਕਤ ਕਰ ਦਿੱਤਾ ਹੈ ਤੇ ਹਰੀਸ਼ ਰਾਵਤ ਦੀ ਗੱਲ ਹੈ ਜਿਹੜੀ ਉਹ ਮੰਨ ਨਹੀਂ ਲਈ ਹੈ। ਹਰੀਸ਼ ਰਾਵਤ ਕਈ ਸਮੇਂ ਤੋਂ ਅਪੀਲ ਕਰ ਰਹੇ ਸੀ ਕਿ ਮੈਨੂੰ ਪੰਜਾਬ ਦੀ ਜ਼ਿੰਮੇਵਾਰੀ ਤੋਂ ਮੁਕਤ ਕਰੋ। ਉੱਤਰਾਖੰਡ ਦੇ ਵਿੱਚ ਵਿਧਾਨ ਸਭਾ ਚੋਣਾਂ ਆ ਰਹੀਆਂ ਨੇ ਤੇ ਮੈਨੂੰ ਉੱਤਰਾਖੰਡ ਦੇ ਵਿੱਚ ਆਪਣਾ ਕੰਮਕਾਰ ਦੇਖਣ ਦਿਓ। ਕਾਂਗਰਸ ਹਾਈ ਕਮਾਂਡ ਨੇ ਹਰੀਸ਼ ਚੌਧਰੀ ਨੂੰ ਚੰਡੀਗੜ੍ਹ ਕਾਂਗਰਸ ਦਾ ਵੀ ਇੰਚਾਰਜ ਨਿਯੁਕਤ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਦੇ ਕੋਲੇ ਇਹ ਅਹੁਦਾ ਸੀ ਤੇ ਇਸ ਵਕਤ ਜਦੋਂ ਪਾਰਟੀ ਦੇ ਵਿੱਚ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਚੰਨੀ ਦੇ ਵਿਚਾਲੇ ਟਕਰਾਅ ਦੀ ਸਥਿਤੀ ਬਣੀ ਹੋਈ ਹੈ, ਇਸ ਦੌਰਾਨ ਪਾਰਟੀ ਦੀ ਜ਼ਿੰਮੇਵਾਰੀ ਸਾਂਭਣਾ ਹਰੀਸ਼ ਚੌਧਰੀ ਲਈ ਕਿਸੇ ਵੀ ਚੁਣੌਤੀ ਤੋਂ ਘੱਟ ਨਹੀਂ ਹੈ। ਚੌਧਰੀ ਨੇ ਟਵੀਟ ਕਰਕੇ ਪਾਰਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਸਾਰਿਆਂ ਨਾਲ ਮਿਲ ਕੇ ਮਜ਼ਬੂਤੀ ਨਾਲ ਕੰਮ ਕਰਾਂਗਾ। ਉਹਨਾਂ ਕਿਹਾ ਕਿ ਪੰਜਾਬ ਤੇ ਚੰਡੀਗੜ੍ਹ ਦੇ ਇੰਚਾਰਜ ਦੀ ਜੋ ਜ਼ਿੰਮੇਵਾਰੀ ਮੈਨੂੰ ਦਿੱਤੀ ਗਈ ਹੈ, ਇਸ ਦੇ ਲਈ ਕੌਮੀ ਪ੍ਰਧਾਨ ਸੋਨੀਆ ਗਾਂਧੀ ਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਮੈਂ ਧੰਨਵਾਦੀ ਹਾਂ ਤੇ ਮੈਂ ਸਾਰੇ ਸਾਥੀਆਂ ਨਾਲ ਮਿਲ ਕੇ ਮਜ਼ਬੂਤ ਕੰਮ ਕਰਾਂਗਾ। ਸੋ ਹੁਣ ਦੇਖਣਾ ਹੋਊਗਾ ਕਿ ਸਾਰੇ ਸਾਥੀ ਨੇ ਜਿਹੜੇ ਉਹਨਾਂ ਦੇ ਵਿੱਚ ਚੰਨੀ ਤੇ ਸਿੱਧੂ ਦੋਵੇਂ ਇਕੱਠੇ
ਹੋ ਕੇ ਚੱਲਣਗੇ ਜਾਂ ਨਹੀਂ, ਇਹ ਇਹਨਾਂ ਲਈ ਵੱਡੀ ਚੁਣੌਤੀ ਹੈ। ਇਸੇ ਦਰਮਿਆਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਸੀ। ਅਮਿਤ ਸ਼ਾਹ ਨੇ 57ਵਾਂ ਜਨਮ ਦਿਨ ਮਨਾਇਆ ਤੇ ਪੀਐਮ ਮੋਦੀ, ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ, ਸੀਐਮ ਯੋਗੀ ਸਮੇਤ ਕਈ ਲੀਡਰਾਂ ਨੇ ਵਧਾਈਆਂ ਦਿੱਤੀਆਂ ਤੇ ਕੈਪਟਨ ਨੇ ਵੀ ਵਧਾਈਆਂ ਦਿੰਦਿਆਂ ਚੰਗੀ ਸਿਹਤ ਦੀ ਕਾਮਨਾ ਕੀਤੀ। ਅਗਲੀ ਅਹਿਮ ਜਾਣਕਾਰੀ ਕਰੋਨਾ ਦੇ ਨਾਲ ਜੁੜੀ ਹੋਈ ਹੈ। ਸੁਪਰੀਮ ਕੋਰਟ ਨੇ ਕੇਂਦਰ ਤੋਂ ਕਰੋਨਾ ਦੇ ਨਾਲ ਜਾਨ ਗਵਾਉਣ ਵਾਲੇ ਸਿਹਤ ਕਰਮੀਆਂ ਦੀ ਬੀਮਾ ਯੋਜਨਾ ਬਾਰੇ ਵਿਸਥਾਰ ਦੇ ਨਾਲ ਜਾਣਕਾਰੀ ਮੰਗੀ ਹੈ। ਸੁਪਰੀਮ ਕੋਰਟ ਨੇ ਮੋਦੀ ਸਰਕਾਰ ਤੋਂ ਪੁੱਛਿਆ ਹੈ ਕਿ ਕੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਉਹਨਾਂ ਸਿਹਤ ਕਰਮੀਆਂ ਦੇ ਲਈ 50 ਲੱਖ ਰੁਪਏ ਦਾ ਕਵਰ ਮੌਜੂਦ ਹੈ ਜਿਨ੍ਹਾਂ ਦੀ ਮੌਤ ਕੋਵਿਡ ਮਹਾਮਾਰੀ ਦੌਰਾਨ ਹੋਈ, ਭਾਵੇਂ ਉਹ ਸੇਵਾਵਾਂ ਨਹੀਂ ਦੇ ਰਹੇ ਸੀ। ਜਸਟਿਸ ਧਨੰਜੇ ਚੰਦਰਚੂੜ ਦੀ ਪ੍ਰਧਾਨਗੀ ਵਾਲੇ ਇੱਕ ਬੈਂਚ ਨੇ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਤੋਂ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਮੰਗੀ ਹੈ ਤੇ ਇਸ ਸੰਬੰਧੀ ਸੁਪਰੀਮ ਕੋਰਟ ਨੇ ਮੋਦੀ ਸਰਕਾਰ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਹੈ। ਅਦਾਲਤ ਦੀ ਇਹ ਕਾਰਵਾਈ ਮਹਾਮਾਰੀ ਦੌਰਾਨ ਜਾਨ ਗਵਾਉਣ ਵਾਲੇ ਡਾਕਟਰਾਂ ਤੇ ਹੋਰ ਸਿਹਤ ਕਰਮੀਆਂ ਦੇ ਪਰਿਵਾਰਾਂ ਵੱਲੋਂ ਦਾਖਲ ਪਟੀਸ਼ਨਾਂ ਤੋਂ ਬਾਅਦ ਦੀ ਹੈ। ਇਹ ਮਸਲਾ ਸਭ ਤੋਂ ਪਹਿਲਾਂ ਡਾਕਟਰ ਭਾਸਕਰ ਸੁਰਗੜੇ ਦੀ ਪਤਨੀ ਨੇ ਚੁੱਕਿਆ ਸੀ। ਡਾਕਟਰ ਭਾਸਕਰ ਦੀ 10 ਜੂਨ 2020 ਨੂੰ ਕੋਵਿਡ ਮਹਾਮਾਰੀ ਕਾਰਨ ਮੌਤ ਹੋ ਗਈ ਸੀ, ਪਰ ਪਤਨੀ ਨੂੰ ਬੀਮੇ ਦੇ ਪੈਸੇ ਨਹੀਂ ਮਿਲੇ ਸੀ। ਬੰਬੇ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਸੁਣਵਾਈ ਕਰਦੇ ਹੋਏ ਕਿਹਾ ਸੀ ਕਿ ਹਾਲਾਂਕਿ ਡਾਕਟਰ ਭਾਸਕਰ ਨੇ ਮਹਾਰਾਸ਼ਟਰ ਸਰਕਾਰ ਦੇ ਹੁਕਮਾਂ ਦੇ ਮੁਤਾਬਿਕ ਮਹਾਮਾਰੀ ਦੇ ਦੌਰਾਨ ਆਪਣੀ ਨਿੱਜੀ ਕਲੀਨਿਕ ਖੁੱਲ੍ਹੀ ਰੱਖੀ ਸੀ, ਪਰ ਕੋਵਿਡ-19 ਦੇ ਇਲਾਜ ਵਿੱਚ ਉਹਨਾਂ ਦੀਆਂ ਸੇਵਾਵਾਂ ਦੀ ਲੋੜ ਨਹੀਂ ਸੀ। ਹੁਣ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪਹਿਲੀ ਨਜ਼ਰ ਵਿੱਚ ਅਜਿਹਾ ਲੱਗਦਾ ਹੈ ਕਿ ਇਹ ਸਕੀਮ ਉਹਨਾਂ ਸਿਹਤ ਕਰਮੀਆਂ ਦੇ ਲਈ ਸਮਾਜਿਕ ਸੁਰੱਖਿਆ ਦੇ ਇੱਕ ਕਵਚ ਵਾਂਗੂ ਹੈ ਜਿਨ੍ਹਾਂ ਨੂੰ ਸਰਕਾਰੀ ਤੇ ਨਿੱਜੀ ਦੋਵੇਂ ਹਸਪਤਾਲਾਂ ਵਿੱਚ ਮਹਾਮਾਰੀ ਦੌਰਾਨ ਆਪਣੀਆਂ ਸੇਵਾਵਾਂ ਦਿੰਦੇ ਹੋਏ ਕਰੋਨਾ ਦੀ ਚਪੇਟ ਵਿੱਚ ਆਉਣਾ ਪਿਆ, ਜਾਨਾਂ ਗਵਾਉਣੀਆਂ ਪਈਆਂ। ਕਰੋਨਾ ਦੀ ਮਹਾਮਾਰੀ ਦਾ ਪ੍ਰਕੋਪ ਥੰਮਿਆ ਤਾਂ ਡੇਂਗੂ ਦੀ ਬਿਮਾਰੀ ਨੇ ਲੋਕਾਂ ਨੂੰ ਘੇਰ ਰੱਖਿਆ ਹੈ। ਪੰਜਾਬ ਦੇ ਵਿੱਚ ਵੀ ਕਈ ਸ਼ਹਿਰਾਂ ਦੇ ਵਿੱਚ ਡੇਂਗੂ ਦੇ ਮਾਮਲੇ ਧੜਾਧੜ ਵੱਧ ਰਹੇ ਨੇ। ਲੌਂਗੋਵਾਲ ਦੇ ਵਿੱਚ ਤਾਂ ਡੇਂਗੂ ਕਾਰਨ ਦਾਦੇ ਅਤੇ ਪਿਓ ਪੁੱਤਰ ਦੀ ਮੌਤ ਹੋ ਗਈ, ਯਾਨੀ ਕਿ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਗਈ। ਪੰਜਾਬ ਦੇ ਲੌਂਗੋਵਾਲ ਦੇ ਵਿੱਚ ਦੁੱਲਟ ਪੱਤੀ ਦੇ ਰਹਿਣ ਵਾਲੇ ਬਜ਼ੁਰਗ ਪ੍ਰੇਮ ਸਿੰਘ ਦੀ 15 ਅਕਤੂਬਰ ਨੂੰ ਡੇਂਗੂ ਨਾਲ ਮੌਤ ਹੋ ਗਈ ਸੀ। ਬਜ਼ੁਰਗ ਦਾ ਸਿਵਾ ਹਾਲੇ ਠੰਡਾ ਨਹੀਂ ਹੋਇਆ ਸੀ ਕਿ ਅਗਲੇ ਦਿਨ 16 ਅਕਤੂਬਰ ਨੂੰ 26 ਸਾਲ ਦਾ ਪੋਤਰਾ ਗੁਰਵਿੰਦਰ ਸਿੰਘ ਵੀ ਡੇਂਗੂ ਕਾਰਨ ਚੱਲ ਵਸਿਆ। ਪ੍ਰੇਮ ਸਿੰਘ ਦੇ ਭੋਗ ਤੋਂ ਪਹਿਲਾਂ ਹੁਣ 22 ਅਕਤੂਬਰ ਨੂੰ ਪੁੱਤ ਦਿਦਾਰ ਸਿੰਘ ਦਾਰੀ ਦੀ ਵੀ ਮੌਤ ਹੋ ਗਈ। ਦੁੱਲਟ ਪੱਤੀ ਇਲਾਕੇ ਦੇ ਦਰਜਨਾਂ ਹੋਰ ਲੋਕ ਵੀ ਡੇਂਗੂ ਤੋਂ ਪੀੜਤ ਦੱਸੇ ਜਾ ਰਹੇ ਨੇ ਤੇ ਇੱਕ ਪਰਿਵਾਰ ਦੇ ਵਿੱਚ 3 ਮੇਲ ਮੈਂਬਰਾਂ ਦੀਆਂ ਮੌਤਾਂ ਦੇ ਨਾਲ ਇਲਾਕੇ ਦੇ ਵਿੱਚ ਸੱਚਮੁੱਚ ਬਹੁਤ ਹੀ ਸਹਿਮ ਵਾਲਾ ਮਾਹੌਲ ਬਣ ਗਿਆ ਹੈ। ਪੰਜਾਬ ਹੀ ਨਹੀਂ, ਪੂਰੇ ਦੇਸ਼ ਵਿੱਚ ਡੇਂਗੂ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ। ਡੇਂਗੂ ਦਾ ਜਿਹੜਾ ਬੁਖਾਰ ਹੈ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਵੀਰਵਾਰ ਨੂੰ ਉਪ ਮੁੱਖ ਮੰਤਰੀ ਤੇ ਸਿਹਤ ਤੇ ਪਰਿਵਾਰ ਮੰਤਰੀ ਓਪੀ ਸੋਨੀ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਦੇ ਵਿੱਚ 10,000 ਤੋਂ ਵੱਧ ਡੇਂਗੂ ਦੇ ਮਰੀਜ਼ ਇਸ ਵਕਤ ਮੌਜੂਦ ਨੇ ਤੇ ਇਹ ਅੰਕੜੇ 30,000 ਤੋਂ ਵੱਧ ਟੈਸਟ ਕਰਨ ਤੋਂ ਬਾਅਦ ਸਾਹਮਣੇ ਆਏ ਨੇ। ਪੰਜਾਬ ਦੇ ਕਈ ਜ਼ਿਲ੍ਹੇ ਡੇਂਗੂ ਤੋਂ ਪ੍ਰਭਾਵਿਤ ਨੇ, ਜਿਨ੍ਹਾਂ ਦੇ ਵਿੱਚ ਜਲੰਧਰ, ਅੰਮ੍ਰਿਤਸਰ ਵੀ ਸ਼ਾਮਲ ਹੈ, ਪਰ ਸਭ ਤੋਂ ਵੱਧ ਮਰੀਜ਼ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਵਿੱਚ ਦੱਸੇ ਜਾ ਰਹੇ ਨੇ, ਜਿੱਥੇ ਮੰਤਰੀ ਦੇ ਮੁਤਾਬਿਕ 1750 ਦੇ ਕਰੀਬ ਮਰੀਜ਼ ਨੇ। ਪੰਜਾਬ ਸਰਕਾਰ ਦੇ ਮੁਤਾਬਿਕ ਪਿੰਡੂ ਇਲਾਕਿਆਂ ਦੇ ਨਾਲੋਂ ਸ਼ਹਿਰੀ ਇਲਾਕਿਆਂ ਦੇ ਵਿੱਚ ਡੇਂਗੂ ਦੇ ਵੱਧ ਮਰੀਜ਼ ਪਾਏ ਗਏ ਨੇ। ਹਾਲਾਂਕਿ ਸਿਹਤ ਮੰਤਰੀ ਓਪੀ ਸੋਨੀ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਵਿੱਚ ਡੇਂਗੂ ਦੇ ਹਾਲਾਤ ਕਾਬੂ ਵਿੱਚ ਨੇ। ਓਪੀ ਸੋਨੀ ਮੁਤਾਬਿਕ ਪੰਜਾਬ ਸਰਕਾਰ ਦੇ ਵੱਲੋਂ ਡੇਂਗੂ ਦੇ ਟੈਸਟ ਲਈ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ 600 ਰੁਪਏ ਰੱਖੇ ਗਏ ਨੇ। ਸਰਕਾਰੀ ਹਸਪਤਾਲਾਂ ਦੇ ਵਿੱਚ ਟੈਸਟ ਦੇ ਨਾਲ ਇਲਾਜ ਵੀ ਮੁਫਤ ਹੋਵੇਗਾ। ਡੇਂਗੂ ਦੇ ਲੱਛਣ ਨੇ ਜਿਹੜੇ ਉਹ ਅਸੀਂ ਤੁਹਾਨੂੰ ਥੋੜੇ ਦੱਸ ਦਿੰਨੇ ਆ, ਕਿਉਂਕਿ ਜੇ ਤੁਹਾਨੂੰ ਵੀ ਅਜਿਹੇ ਲੱਛਣ ਨਜ਼ਰ ਆਉਣ ਤਾਂ ਤੁਰੰਤ ਡਾਕਟਰ ਦੇ ਕੋਲ ਤੁਸੀਂ ਜ਼ਰੂਰ ਜਾਓ। WHO ਦੇ ਮੁਤਾਬਿਕ ਮੱਛਰ ਦੇ ਡੰਗਣ ਤੋਂ 4 ਜਾਂ 10 ਦਿਨਾਂ ਬਾਅਦ ਤੇਜ਼ ਬੁਖਾਰ ਦੇ ਨਾਲ ਸਿਰ ਦਰਦ, ਅੱਖਾਂ ਵਿੱਚ ਦਰਦ, ਜੋੜਾਂ ਵਿੱਚ ਦਰਦ, ਜ਼ੁਕਾਮ ਤੇ ਉਲਟੀਆਂ ਵਰਗੇ ਲੱਛਣ ਨੇ ਜਿਹੜੇ ਉਹ ਪਾਏ ਜਾਂਦੇ ਨੇ। ਜ਼ਿਆਦਾ ਗੰਭੀਰ ਹਾਲਤ ਹੋਵੇ ਤਾਂ ਪੇਟ ਦਰਦ, ਵਾਰੀ-ਵਾਰੀ ਉਲਟੀ ਆਉਂਦੀ ਹੈ, ਮਸੂੜਿਆਂ ਵਿੱਚ ਖੂਨ, ਥਕਾਵਟ, ਬੇਚੈਨੀ, ਸਾਹ ਲੈਣ ਦੇ ਵਿੱਚ ਦਿੱਕਤ, ਇਹ ਸਾਰੇ ਜਿਹੜੇ ਸਿੰਪਟਮਸ ਉਹ ਦਿਖਾਈ ਦਿੰਦੇ ਨੇ। ਡੇਂਗੂ ਨੂੰ ਹੱਡੀ ਤੋੜ ਬੁਖਾਰ ਵੀ ਕਹਿੰਦੇ ਨੇ, ਕਿਉਂਕਿ ਇਹਦੇ ਨਾਲ ਸਰੀਰ ਦੇ ਵਿੱਚ ਬਹੁਤ ਤੇਜ਼ ਦਰਦ ਹੁੰਦਾ ਹੈ, ਯਾਨੀ ਕਿ ਸਰੀਰ ਦਾ ਅੰਗ ਟੁੱਟਦਾ ਹੁੰਦਾ ਹੈ। ਕੋਵਿਡ ਵਾਂਗੂ ਕਈ ਵਾਰੀ ਡੇਂਗੂ ਵੀ ਬਿਨਾਂ ਲੱਛਣਾਂ ਤੋਂ ਹੋ ਸਕਦਾ ਹੈ, ਜਿਹਦੇ ਵਿੱਚ ਮਰੀਜ਼ ਨੂੰ ਬੁਖਾਰ ਨਹੀਂ ਹੁੰਦਾ, ਪਰ ਜੇ ਇਹ ਜਿਹੜੇ ਸੰਕੇਤ ਨੇ, ਇਹ ਲੱਛਣ ਤੁਹਾਡੇ ਵਿੱਚ ਹੈਗੇ ਨੇ ਤਾਂ ਤੁਹਾਨੂੰ ਡਾਕਟਰ ਕੋਲ ਜ਼ਰੂਰ ਜਾਣਾ ਚਾਹੀਦਾ ਹੈ। ਤੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਡੇਂਗੂ ਕੋਈ ਲਾਗ ਦੀ ਬਿਮਾਰੀ ਨਹੀਂ ਹੈ। ਪਰਿਵਾਰ ਦੇ ਵਿੱਚ ਜੇ ਇੱਕ ਜਣੇ ਨੂੰ ਡੇਂਗੂ ਹੋਇਆ ਹੈ ਤਾਂ ਦੂਸਰੇ ਨੂੰ ਉਹਦੇ ਤੋਂ ਨਹੀਂ ਹੁੰਦਾ, ਬਲਕਿ ਮੱਛਰ ਤੋਂ ਡੇਂਗੂ ਹੁੰਦਾ ਹੈ। ਜੇ ਉਸੇ ਮੱਛਰ ਨੇ ਤੁਹਾਡੇ ਪਰਿਵਾਰ ਦੇ ਮੈਂਬਰ ਨੂੰ ਵੀ ਕੱਟਿਆ ਹੈ ਜਿਹਨੂੰ ਡੇਂਗੂ ਹੈ, ਤੇ ਉਹੀ ਮੱਛਰ ਤੁਹਾਨੂੰ ਕੱਟੇਗਾ ਤਾਂ ਤੁਹਾਨੂੰ ਵੀ ਡੇਂਗੂ ਹੋਏਗਾ। ਸੋ ਇਹ ਲਾਗ ਦੀ ਬਿਮਾਰੀ ਨਹੀਂ ਹੈ। ਧਿਆਨ ਪੂਰਾ ਰੱਖਣ ਦੀ ਲੋੜ ਹੈ। ਮੱਛਰ ਤੋਂ ਬਚਾਅ ਰੱਖੋ, ਮੱਛਰ ਤੁਹਾਨੂੰ ਨਾ ਕੱਟੇ, ਇਹ ਪੂਰਾ ਧਿਆਨ ਰੱਖੋ। ਗੱਲ ਪੰਜਾਬੀ ਦੇ ਨਾਲ ਵਿਤਕਰੇ ਦੇ ਮੁੱਦੇ ਦੀ ਹੈ। CBSE ਦੇ ਵੱਲੋਂ ਪੰਜਾਬੀ ਦੇ ਨਾਲ ਵਿਤਕਰਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। CBSE ਨੇ ਉਸ ਤੋਂ ਬਾਅਦ ਸਪਸ਼ਟ ਕੀਤਾ ਹੈ ਕਿ ਸਾਰੀਆਂ ਖੇਤਰੀ ਭਾਸ਼ਾਵਾਂ ਨੂੰ 10ਵੀਂ ਅਤੇ 12ਵੀਂ ਦੀ
ਟਰਮ 1 ਪ੍ਰੀਖਿਆ ਦੇ ਮੁੱਖ ਵਿਸ਼ਿਆਂ ਦੀ ਸ਼੍ਰੇਣੀ ਵਿੱਚ ਅਸੀਂ ਰੱਖਿਆ ਹੈ। CBSE ਨੇ ਸਪਸ਼ਟੀਕਰਨ ਉਸ ਵਕਤ ਦਿੱਤਾ ਹੈ ਜਦੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਹੋਰ ਵੱਡੇ ਲੀਡਰਾਂ ਨੇ ਮੁੱਖ ਵਿਸ਼ਿਆਂ ਦੇ ਵਿੱਚੋਂ ਪੰਜਾਬੀ ਨੂੰ ਬਾਹਰ ਕੱਢਣ ਤੇ ਇਤਰਾਜ਼ ਜਤਾਇਆ। ਦਰਅਸਲ CBSE ਬੋਰਡ ਨੇ ਅਗਲੇ ਐਕੈਡੈਮਿਕ ਸੈਸ਼ਨ ਲਈ 10ਵੀਂ ਤੇ 12ਵੀਂ ਦੀ ਟਰਮ 1 ਬੋਰਡ ਪ੍ਰੀਖਿਆਵਾਂ ਲਈ ਵੱਡੇ ਤੇ ਛੋਟੇ ਵਿਸ਼ਿਆਂ ਦੀ ਡੇਟ ਸ਼ੀਟ ਜਾਰੀ ਕੀਤੀ ਹੈ। CBSE ਨੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਵਿਸ਼ਿਆਂ ਦਾ ਵਰਗੀਕਰਨ ਸ਼ੁੱਧ ਪ੍ਰਸ਼ਾਸਕੀ ਆਧਾਰ ਤੇ ਵਿਸ਼ੇ ਵਿੱਚ ਆਉਣ ਵਾਲੇ ਉਮੀਦਵਾਰਾਂ ਦੀ ਗਿਣਤੀ ਨੂੰ ਮੁੱਖ ਰੱਖਦਿਆਂ ਟਰਮ 1 ਪ੍ਰੀਖਿਆਵਾਂ ਕਰਵਾਉਣ ਦੇ ਮੰਤਵ ਨਾਲ ਕੀਤਾ ਗਿਆ ਤੇ ਕੋਈ ਵੀ ਮੁੱਖ ਜਾਂ ਛੋਟੇ ਵਿਸ਼ਿਆਂ ਦੀ ਮਹੱਤਤਾ ਨੂੰ ਨਹੀਂ ਦਰਸਾਉਂਦਾ। ਯਾਨੀ ਕਿ ਅਜਿਹੀ ਕੋਈ ਗੱਲ ਨਹੀਂ ਹੈ ਕਿ ਛੋਟੇ ਤੇ ਵੱਡੇ ਵਿਸ਼ੇ ਬਣਾ ਦਿੱਤੇ ਗਏ ਨੇ ਮੁੱਖ ਜਾਂ ਫਿਰ ਜਿਹੜੇ ਪਿਛਲੇ ਵਿਸ਼ੇ ਬਣਾ ਦਿੱਤੇ ਗਏ ਨੇ। ਅਜਿਹਾ ਕੁਝ ਨਹੀਂ ਹੈ, ਬਲਕਿ ਅਸੀਂ ਸਿਰਫ ਟਰਮ ਦਾ ਜਿਹੜਾ ਵਰਗੀਕਰਨ ਹੈ ਉਹ ਕੀਤਾ ਹੈ। CBSE ਨੇ ਕਿਹਾ ਕਿ ਹਰੇਕ ਵਿਸ਼ਾ ਐਕੈਡੈਮਿਕ ਦ੍ਰਿਸ਼ਟੀਕੋਣ ਤੋਂ ਬਰਾਬਰ ਦਾ ਮਹੱਤਵਪੂਰਨ ਹੁੰਦਾ ਹੈ। CBSE ਨੇ ਤਰਕ ਦਿੱਤਾ ਕਿ ਜਿਨ੍ਹਾਂ ਵਿਸ਼ਿਆਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘੱਟ ਹੈ ਉਹਨਾਂ ਨੂੰ ਅਸੀਂ ਮਾਈਨਰ ਵਿਸ਼ਾ ਮੰਨਿਆ ਹੈ, ਯਾਨੀ ਕਿ ਛੋਟਾ ਵਿਸ਼ਾ ਮੰਨਿਆ ਹੈ। ਪਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬੀ ਨੂੰ ਮੁੱਖ ਵਿਸ਼ਿਆਂ ਚੋਂ ਬਾਹਰ ਰੱਖਣ ਦੇ CBSE ਦੇ ਫੈਸਲੇ ਤੇ ਇਤਰਾਜ਼ ਜਤਾਇਆ ਸੀ। ਚੰਨੀ ਨੇ ਬੋਰਡ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਨੂੰ ਮੁੱਖ ਵਿਸ਼ਿਆਂ ਵਿੱਚੋਂ ਬਾਹਰ ਕੱਢਣ ਨਾਲ ਉਹ ਵਿਦਿਆਰਥੀ ਪ੍ਰਭਾਵਿਤ ਹੁੰਦੇ ਨੇ ਜੋ ਆਪਣੀ ਮੂਲ ਭਾਸ਼ਾ ਸਿੱਖਣਾ ਚਾਹੁੰਦੇ ਨੇ, ਆਪਣੀ ਮਾਂ ਭਾਸ਼ਾ ਸਿੱਖਣਾ ਚਾਹੁੰਦੇ ਨੇ। ਉਹਨਾਂ ਕਿਹਾ ਕਿ ਪੰਜਾਬੀ ਨੂੰ ਮੁੱਖ ਵਿਸ਼ਿਆਂ ਚੋਂ ਬਾਹਰ ਰੱਖਣ ਦੇ ਵਿਰੋਧ ਵਿੱਚ ਇਹ ਸੰਵਿਧਾਨ ਦੇ ਸੰਘੀ ਢਾਂਚੇ ਦੀ ਭਾਵਨਾ ਦੇ ਖਿਲਾਫ ਲਿਆ ਗਿਆ ਫੈਸਲਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਦਾ ਵਿਰੋਧ ਕੀਤਾ। ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ CBSE ਨੂੰ ਖੇਤਰੀ ਭਾਸ਼ਾਵਾਂ ਨੂੰ ਡੇਟ ਸ਼ੀਟ ਦੇ ਵਿੱਚ ਮਾਮੂਲੀ ਵਿਸ਼ਿਆਂ ਵਿੱਚ ਪ੍ਰਸ਼ਾਸਕੀ ਪ੍ਰਬੰਧ ਦੇ ਰੂਪ 'ਚ ਸ਼ਾਮਲ ਕਰਨ ਦੇ ਮੁੱਦੇ ਨੂੰ ਇੱਕ ਪਾਸੇ ਨਹੀਂ ਰੱਖਣਾ ਚਾਹੀਦਾ। ਇਹ ਨਿਸ਼ਚਿਤ ਰੂਪ ਤੋਂ CBSE ਦੀ ਮਾਨਸਿਕਤਾ ਤੇ ਮਹੱਤਤਾ ਨੂੰ ਦਰਸਾਉਂਦਾ ਹੈ ਜੋ ਵੱਖ-ਵੱਖ ਸੂਬਿਆਂ ਦੀਆਂ ਖੇਤਰੀ ਭਾਸ਼ਾਵਾਂ ਨੂੰ ਉਹ ਦਿੰਦੇ ਨੇ, ਯਾਨੀ ਕਿ ਸਾਰੀਆਂ ਭਾਸ਼ਾਵਾਂ ਦੇ ਲਈ ਉਹਨਾਂ ਦਾ ਜਿਹੜਾ ਦ੍ਰਿਸ਼ਟੀਕੋਣ ਹੈ ਇੱਕੋ ਜਿਹਾ ਨਹੀਂ ਹੈਗਾ। ਇਹਦੇ ਵਿੱਚੋਂ ਵਿਤਕਰੇ ਦੀ ਬਦਬੂ ਆਉਂਦੀ ਹੈ। ਤੇ ਸਭ ਤੋਂ ਪਹਿਲਾਂ ਇਹ ਮਸਲਾ ਚੁੱਕਿਆ ਸੀ ਪੰਜਾਬ ਦੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ। ਪ੍ਰਗਟ ਸਿੰਘ ਨੇ ਇਸ ਫੈਸਲੇ ਨੂੰ ਮੰਦਭਾਗਾ ਦੱਸਦਿਆਂ ਕੇਂਦਰੀ ਬੋਰਡ ਨੂੰ ਯਾਨੀ ਕਿ CBSE ਬੋਰਡ ਨੂੰ ਇਸ ਫੈਸਲੇ ਤੇ ਮੁੜ ਗੌਰ ਕਰਨ ਦੀ ਅਪੀਲ ਕੀਤੀ ਸੀ। ਪ੍ਰਗਟ ਸਿੰਘ ਨੇ CBSE ਦੇ ਇਸ ਫੈਸਲੇ ਨੂੰ ਸਾਜ਼ਿਸ਼ ਦੱਸਿਆ ਸੀ ਉਹਨਾਂ ਵਿਦਿਆਰਥੀਆਂ ਦੇ ਲਈ ਜਿਹੜੇ ਆਪਣੀ ਮਾਂ ਭਾਸ਼ਾ ਸਿੱਖਣਾ ਚਾਹੁੰਦੇ ਨੇ ਤੇ ਮਾਂ ਭਾਸ਼ਾ ਨੂੰ ਪਿਆਰ ਕਰਦੇ ਨੇ। ਪ੍ਰਗਟ ਸਿੰਘ ਨੇ ਇਹ ਵੀ ਕਿਹਾ ਸੀ ਕਿ ਜੇ ਲੋੜ ਪਈ ਤਾਂ ਕੇਂਦਰੀ ਸਿੱਖਿਆ ਮੰਤਰੀ ਕੋਲ ਪਹੁੰਚ ਕਰਕੇ ਵੀ ਫੈਸਲਾ ਵਾਪਸ ਕਰਵਾਉਣ ਦੇ ਲਈ ਚਾਰਾਜੋਈ ਕਰਾਂਗੇ। ਸੋ CBSE ਨੇ ਸਪਸ਼ਟੀਕਰਨ ਤਾਂ ਦੇ ਦਿੱਤਾ ਹੈ ਪਰ ਇਹ ਫੈਸਲਾ ਵਾਪਸ ਨਹੀਂ ਲਿਆ ਤੇ ਇਹ ਸਿੱਧੇ ਤੌਰ ਤੇ ਲਿਖਿਆ ਹੋਇਆ ਹੈ ਕਿ ਮੁੱਖ ਵਿਸ਼ੇ ਕਿਹੜੇ ਨੇ ਤੇ ਮਾਈਨਰ ਵਿਸ਼ੇ ਕਿਹੜੇ ਨੇ। ਪਰ ਉਹਨਾਂ ਨੇ ਤਰਕ ਦਿੱਤਾ ਹੈ ਕਿ ਅਸੀਂ ਮਾਈਨਰ ਉਹਨਾਂ ਨੂੰ ਬਣਾ ਦਿੱਤਾ ਹੈ ਜਿਹੜੇ ਦੇ ਵਿੱਚ ਵਿਦਿਆਰਥੀਆਂ ਨੇ ਘੱਟ ਦਾਖਲਾ ਲਿਆ ਹੈ, ਪਰ ਅੰਦਰਲੀ ਮਨਸ਼ਾ ਕੀ ਸੀ ਇਹ ਤਾਂ CBSE ਹੀ ਜਾਣਦੀ ਹੈ। ਸੰਯੁਕਤ ਕਿਸਾਨ ਮੋਰਚੇ ਨੇ ਜਾਣਕਾਰੀ ਦਿੱਤੀ ਹੈ ਕਿ ਅਸੀਂ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਦੇ ਪ੍ਰੋਗਰਾਮ ਦੇ ਵਿੱਚ ਕਾਲੇ ਝੰਡਿਆਂ ਦੇ ਨਾਲ ਕਿਸਾਨਾਂ ਨੇ ਵਿਰੋਧ ਕੀਤਾ ਹੈ। ਮੋਰਚੇ ਨੇ ਜਾਣਕਾਰੀ ਦਿੱਤੀ ਹੈ ਕਿ ਵੀਰਵਾਰ ਨੂੰ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਬੜਸਾ ਪਿੰਡ ਦੇ ਵਿੱਚ ਵੱਡੀ ਗਿਣਤੀ ਵਿੱਚ ਮੁਜ਼ਾਹਰਾਕਾਰੀ ਕਿਸਾਨ ਹਰਿਆਣਾ ਦੇ ਮੁੱਖ ਮੰਤਰੀ, ਗ੍ਰਹਿ ਮੰਤਰੀ ਤੇ ਹੋਰ BJP ਲੀਡਰਾਂ ਨੂੰ ਕਾਲੇ ਝੰਡੇ ਦਿਖਾਉਣ ਦੇ ਲਈ ਇਕੱਠੇ ਹੋਏ ਤੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਕੁਝ ਹਸਪਤਾਲ ਸਹੂਲਤਾਂ ਦੇ ਵਰਚੁਅਲ ਉਦਘਾਟਨ ਦੇ ਵਿਰੋਧ ਦੇ ਵਿੱਚ ਵੀ ਇਕੱਠੇ ਹੋਏ। ਯਾਨੀ ਕਿ ਪ੍ਰਧਾਨ ਮੰਤਰੀ ਮੋਦੀ ਦੇ ਪ੍ਰੋਗਰਾਮ ਦਾ ਜਿਹੜਾ ਉਹ ਵਰਚੁਅਲੀ ਕਰ ਰਹੇ ਸੀ ਉਸ ਦਾ ਵਿਰੋਧ ਕੀਤਾ ਗਿਆ। ਕਿਸਾਨਾਂ ਨੂੰ ਵਿਰੋਧ ਪ੍ਰਦਰਸ਼ਨ ਵਾਲੀ ਥਾਂ ਤੇ ਪਹੁੰਚਣ ਦੇ ਲਈ 4 ਘੰਟੇ ਲੱਗੇ। ਉਹਨਾਂ ਨੂੰ ਪਿੰਡਾਂ ਦੇ ਰਾਹਾਂ ਦੇ ਵਿੱਚੋਂ, ਖੇਤਾਂ ਦੇ ਵਿੱਚੋਂ ਚੱਲ ਕੇ ਇਸ ਪ੍ਰਦਰਸ਼ਨ ਵਾਲੀ ਥਾਂ ਤੇ ਪਹੁੰਚਣਾ ਪਿਆ। ਪਾਣੀ ਦੀਆਂ ਨਹਿਰਾਂ ਦੇ ਨਾਲ ਚੱਲਦੇ ਹੋਏ ਕਿਸਾਨ ਉੱਥੇ ਪਹੁੰਚ ਗਏ ਕਿਉਂਕਿ ਪੁਲਿਸ ਉਹਨਾਂ ਨੂੰ ਸ਼ਹਿਰ ਦੇ ਵੱਖ-ਵੱਖ ਚੈੱਕ ਪੁਆਇੰਟਾਂ ਤੇ ਰੋਕ ਰਹੀ ਸੀ। ਪਰ ਫਿਰ ਵੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਰਚੁਅਲ ਪ੍ਰੋਗਰਾਮ ਦਾ ਵਿਰੋਧ ਕਰਨ ਦੇ ਵਿੱਚ ਕਾਮਯਾਬ ਹੋ ਹੀ ਗਏ। ਵੀਰਵਾਰ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਯੋਗੇਂਦਰ ਯਾਦਵ ਨੂੰ 1 ਮਹੀਨੇ ਦੇ ਲਈ ਮੁਅੱਤਲ ਕਰ ਦਿੱਤਾ ਹੈ। ਮੋਰਚੇ ਦੇ ਵਿੱਚੋਂ ਮੁਅੱਤਲੀ ਦਾ ਮਤਲਬ ਹੁੰਦਾ ਹੈ ਕਿ ਨਾ ਹੀ ਤਾਂ ਯੋਗੇਂਦਰ ਯਾਦਵ ਕਿਸੇ ਵੀ ਮੀਟਿੰਗ ਦੇ ਵਿੱਚ ਹਿੱਸਾ ਲੈ ਸਕਦੇ ਨੇ, ਨਾ ਹੀ ਜਨਤਕ ਤੌਰ ਤੇ ਕਿਸਾਨਾਂ ਨੂੰ ਸੰਬੋਧਨ ਕਰ ਸਕਦੇ ਨੇ। 1 ਮਹੀਨਾ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਜਾਂ ਤਾਂ ਰਹਿਣਾ ਪਵੇਗਾ ਜਾਂ ਕਿਤੇ ਹੋਰ ਇਕਾਂਤ ਵਾਸਤੇ ਚਲੇ ਜਾਣ। ਮੁਅੱਤਲੀ ਦੇ ਲਈ ਯਾਦਵ ਦੇ ਵੱਲੋਂ ਕੀਤੇ ਟਵੀਟ ਨੂੰ ਆਧਾਰ ਬਣਾਇਆ ਗਿਆ ਹੈ। ਯੋਗੇਂਦਰ ਯਾਦਵ ਨੇ ਖੁਦ ਟਵੀਟ ਕੀਤਾ ਸੀ ਕਿ ਲਖੀਮਪੁਰ ਖੀਰੀ ਕਤਲकांड ਦੇ ਵਿੱਚ ਜਦੋਂ ਉਹ ਪੀੜਤਾਂ ਦਾ ਪਤਾ ਲੈਣ ਦੇ ਲਈ ਲਖੀਮਪੁਰ ਖੀਰੀ ਗਏ ਸੀ ਤਾਂ ਇਸ ਦਰਮਿਆਨ ਉਹ BJP ਵਰਕਰਾਂ ਨੂੰ ਵੀ ਮਿਲਣ ਦੇ ਲਈ ਉਹਨਾਂ ਦੇ ਘਰ ਪਹੁੰਚੇ ਸੀ ਜਿਨ੍ਹਾਂ ਦੇ ਪੁੱਤਰਾਂ ਦੀ ਬੰਦਿਆਂ ਦੀ ਮੌਤ ਹੋਈ ਸੀ। ਖਾਸ ਕਰਕੇ BJP ਵਰਕਰ ਸ਼ੁਭਮ ਮਿਸ਼ਰਾ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਯੋਗੇਂਦਰ ਯਾਦਵ ਨੇ ਜਦੋਂ ਟਵੀਟ ਕੀਤਾ ਤਾਂ ਕੁਝ ਕਿਸਾਨ ਜਥੇਬੰਦੀਆਂ ਨੇ ਇਤਰਾਜ਼ ਜਤਾਇਆ ਤੇ ਫਿਰ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਕਿ ਯੋਗੇਂਦਰ ਯਾਦਵ ਮੁਅੱਤਲ ਕੀਤਾ ਜਾਵੇ। ਮੁਅੱਤਲੀ ਤੋਂ ਅਗਲੇ ਦਿਨ ਸ਼ੁੱਕਰਵਾਰ ਨੂੰ ਭਾਰਤੀ ਕਿਸਾਨ ਮਜ਼ਦੂਰ ਫੈਡਰੇਸ਼ਨ ਦੀ ਮੀਟਿੰਗ ਹੋਈ। ਇਸ ਵਿੱਚ ਕਈ ਅਹਿਮ ਫੈਸਲੇ ਲਏ ਗਏ। ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਵੀ ਇਸ ਮੀਟਿੰਗ ਵਿੱਚ ਸ਼ਾਮਲ ਸਨ। ਚੜੂਨੀ ਨੇ ਦੱਸਿਆ ਕਿ ਯੋਗੇਂਦਰ ਯਾਦਵ ਨੂੰ ਲਖੀਮਪੁਰ ਘਟਨਾ ਮਾਮਲੇ ਵਿੱਚ ਇੱਕ ਦੋਸ਼ੀ ਦੇ ਘਰ ਦਾ ਦੌਰਾ ਕਰਕੇ 1 ਮਹੀਨੇ ਲਈ ਬਰਖਾਸਤ
ਬਰਖਾਸਤ ਕੀਤਾ ਹੈ। ਚੜੂਨੀ ਨੇ ਕਿਹਾ ਕਿ ਹਾਲੇ ਤੱਕ ਯੋਗੇਂਦਰ ਯਾਦਵ ਨੇ ਮਾਫੀ ਨਹੀਂ ਮੰਗੀ ਹੈ। ਮੋਰਚੇ ਨੂੰ ਅਪੀਲ ਕੀਤੀ ਹੈ ਚੜੂਨੀ ਨੇ ਕਿ ਜੇ ਯੋਗੇਂਦਰ ਯਾਦਵ ਮਾਫੀ ਨਹੀਂ ਮੰਗਦਾ ਤਾਂ ਉਸ ਨੂੰ ਕਿਸਾਨ ਮੋਰਚੇ ਵਿੱਚੋਂ ਸਥਾਈ ਤੌਰ ਤੇ ਬਰਖਾਸਤ ਕੀਤਾ ਜਾਵੇ। ਯੋਗੇਂਦਰ ਯਾਦਵ ਅਜਿਹਾ ਨਾਮ ਹੈ ਜਿਸ ਤੇ ਬਹੁਤ ਸਾਰੇ ਲੋਕਾਂ ਨੂੰ ਇਤਰਾਜ਼ ਹੈ। ਬਹੁਤ ਵਾਰੀ ਅਜਿਹੇ ਖੁਲਾਸੇ ਵੀ ਹੋਏ ਨੇ ਜਦੋਂ ਯੋਗੇਂਦਰ ਯਾਦਵ ਉੱਤੇ ਮੋਰਚੇ ਨੂੰ ਅੰਦਰ ਖਾਤੇ ਢਾਹ ਲਾਉਣ ਦੀ ਕੋਸ਼ਿਸ਼ ਕਰਨ ਦੇ ਦਾਅਵੇ ਕੀਤੇ ਗਏ। ਪਿਛਲੇ ਦਿਨੀ ਨਿਹੰਗ ਸਿੰਘਾਂ ਨੇ ਵੀ ਸਿੱਧੇ ਤੌਰ ਤੇ ਕਿਹਾ ਸੀ ਕਿ ਯੋਗੇਂਦਰ ਯਾਦਵ RSS ਦਾ ਬੰਦਾ ਹੈ। ਸਾਨੂੰ ਨਹੀਂ ਪਤਾ ਕਿਸਾਨ ਲੀਡਰ ਇਸ ਨੂੰ ਕਿਉਂ ਨਾਲ ਤੋਰੀ ਫਿਰਦੇ ਨੇ। ਯੋਗੇਂਦਰ ਯਾਦਵ ਮੋਰਚੇ ਪ੍ਰਤੀ ਬਿल्कुल ईमानदार नहीं है। BKMF का यह कहना है कि अभी तक सूचना के अनुसार उन्होंने माफ़ी नहीं मांगी है। माफ़ी मांगने के बाद ये सज़ा थी उनको, और अगर योगेंद्र यादव माफ़ी नहीं मांगते हैं तो उन्हें SKM से परमानेंट बर्खास्त किया जाना चाहिए। ऐसी गतिविधियों के लिए किसी को बख्शा नहीं जाना चाहिए। और BKMF ने फिर से अपने किसान संघों के बीच अपने विश्वास की पुष्टि की है। ਚੜੂਨੀ ਨੇ ਭਾਵੇਂ ਮੋਰਚੇ ਨੂੰ ਅਪੀਲ ਕੀਤੀ ਹੈ ਕਿ ਯੋਗੇਂਦਰ ਯਾਦਵ ਜੇ ਮਾਫੀ ਨਹੀਂ ਮੰਗਦਾ ਤਾਂ ਉਸ ਨੂੰ ਸਥਾਈ ਤੌਰ ਤੇ ਮੋਰਚੇ ਵਿੱਚੋਂ ਕੱਢ ਦਿੱਤਾ ਜਾਵੇ, ਪਰ ਮੋਰਚੇ ਦੇ ਲੀਡਰਾਂ ਨੇ ਕਿਤੇ ਨਾ ਕਿਤੇ ਯੋਗੇਂਦਰ ਯਾਦਵ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਹਿੰਦੇ ਆਪਣੀ ਪੱਖੋਂ ਤਾਂ ਯੋਗੇਂਦਰ ਯਾਦਵ ਨੇ ਸਾਨੂੰ ਸਮਝਾਇਆ ਸੀ ਕਿ ਨਿਰਦੋਸ਼ ਢੰਗ ਦੇ ਨਾਲ ਦੁਖੀ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੋਣ ਦੇ ਲਈ ਮੈਂ ਗਿਆ ਸੀ, ਪਰ ਆਪਣੇ ਸਿਧਾਂਤਾਂ ਦੇ ਨਾਲ ਮੈਂ ਕੋਈ ਵੀ ਸਮਝੌਤਾ ਨਹੀਂ ਕੀਤਾ। ਕਹਿੰਦੇ ਉਸਨੇ ਮਾਫੀ ਵੀ ਮੰਗੀ ਕਿਉਂਕਿ ਉਸਦੀ ਕਾਰਵਾਈ ਨੇ ਵਿਰੋਧ ਕਰ ਰਹੇ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ ਅਤੇ ਇਸ ਤੱਥ ਤੇ ਅਫਸੋਸ ਵੀ ਪ੍ਰਗਟ ਕੀਤਾ ਕਿ ਉਸਨੇ ਦੌਰੇ ਤੋਂ ਪਹਿਲਾਂ ਸਾਥੀਆਂ ਦੇ ਨਾਲ ਸਲਾਹ ਨਹੀਂ ਕੀਤੀ। ਯਾਨੀ ਕਿ ਸੰਯੁਕਤ ਕਿਸਾਨ ਮੋਰਚਾ ਆਪਣੇ ਇਸ ਬਿਆਨ ਦੇ ਵਿੱਚ ਕੀ ਕਹਿਣਾ ਚਾਹੁੰਦਾ ਹੈ ਕਿ ਇਸ ਤੋਂ ਕੀ ਅੰਦਾਜ਼ਾ ਲਾਇਆ ਜਾਵੇ ਕਿ ਕੀ ਯੋਗੇਂਦਰ ਯਾਦਵ ਨੂੰ ਜਲਦੀ ਮੋਰਚੇ ਦੇ ਵਿੱਚ ਮੁੜ ਸ਼ਾਮਲ ਕੀਤਾ ਜਾਊਗਾ। ਇਹ ਕਿਹਾ ਗਿਆ ਕਿ ਉਸਨੇ ਮਾਫੀ ਮੰਗੀ, ਜਦਕਿ ਚੜੂਨੀ ਨੇ ਕਿਹਾ ਕਿ ਯੋਗੇਂਦਰ ਯਾਦਵ ਨੇ ਮਾਫੀ ਨਹੀਂ ਮੰਗੀ। ਮੋਰਚੇ ਦੇ ਲੀਡਰਾਂ ਨੇ ਇੱਕ ਹੋਰ ਜਾਣਕਾਰੀ ਦਿੱਤੀ ਹੈ ਕਿ ਭਾਰਤੀ ਸਿੱਖ ਜਥੇਬੰਦੀ ਜਿਸ ਦੀ ਅਗਵਾਈ ਜਸਵੀਰ ਸਿੰਘ ਵਿਰਕ ਕਰ ਰਿਹਾ ਉਹ ਕਦੇ ਵੀ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਨਹੀਂ ਸੀ, ਹੁਣ ਵੀ ਨਹੀਂ ਹੈ, ਨਾ ਹੀ ਅੱਗੇ ਉਹ ਮੋਰਚੇ ਦਾ ਹਿੱਸਾ ਹੋਵੇਗਾ। 26 ਅਕਤੂਬਰ ਨੂੰ ਦਿੱਲੀ ਮੋਰਚਿਆਂ ਨੂੰ ਪੂਰੇ 11 ਮਹੀਨੇ ਹੋ ਜਾਣਗੇ ਤੇ 11 ਮਹੀਨੇ ਪੂਰੇ ਹੋਣ ਤੇ ਅਤੇ ਲਖੀਮਪੁਰ ਖੀਰੀ ਕਤਲकांड ਦੇ ਵਿਰੋਧ ਦੇ ਵਿੱਚ ਕਿਸਾਨਾਂ ਦੇ ਵੱਲੋਂ 26 ਅਕਤੂਬਰ ਨੂੰ ਪੂਰੇ ਦੇਸ਼ ਦੇ ਵਿੱਚ ਰੋਸ ਮੁਜ਼ਾਹਰੇ ਕੀਤੇ ਜਾਣਗੇ। ਕਿਸਾਨ ਲਗਾਤਾਰ ਮੰਗ ਕਰ ਰਹੇ ਨੇ ਕਿ ਲਖੀਮਪੁਰ ਖੀਰੀ ਕਤਲकांड ਦੇ ਵਿੱਚ ਮੁੱਖ ਦੋਸ਼ੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਨੂੰ ਬਰਖਾਸਤ ਕੀਤਾ ਜਾਵੇ ਤੇ ਗ੍ਰਿਫਤਾਰ ਕੀਤਾ ਜਾਵੇ। ਯੂਪੀ ਦੇ ਲਖਨਊ ਦੇ ਵਿੱਚ ਕਿਸਾਨ ਮਹਾਪੰਚਾਇਤ ਹੁਣ 26 ਅਕਤੂਬਰ ਦੀ ਬਜਾਏ 22 ਨਵੰਬਰ ਨੂੰ ਹੋਵੇਗੀ। ਸਿੰਘੂ ਬਾਰਡਰ ਤੇ ਜੋ ਘਟਨਾਕ੍ਰਮ ਵਾਪਰਿਆ ਹੈ ਉਸ ਤੋਂ ਬਾਅਦ ਇੱਕ ਹੋਰ ਘਟਨਾ ਵੀਰਵਾਰ ਨੂੰ ਵਾਪਰੀ ਜਦੋਂ ਨਿਹੰਗ ਅਮਨ ਸਿੰਘ ਦੇ ਇੱਕ ਸਾਥੀ ਨੂੰ ਨਕਲੀ ਨਿਹੰਗ ਦੱਸ ਕੇ ਕੁਝ ਸਿੱਖ ਜਥੇਬੰਦੀਆਂ ਨੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ। ਇਲਜ਼ਾਮ ਲੱਗੇ ਸੀ ਕਿ ਇੱਕ ਰੇੜੀ ਫੜੀ ਵਾਲੇ ਜਿਹੜੇ ਮਜ਼ਦੂਰ ਦੇ ਨਾਲ ਇਸ ਨਿਹੰਗ ਨੇ ਧੱਕਾ ਕੀਤਾ ਸੀ ਅਤੇ ਉਸ ਤੋਂ ਮੁਫਤ ਮੁਰਗੀ ਤੇ ਆਂਡੇ ਜਿਹੜਾ ਮੰਗ ਰਿਹਾ ਸੀ ਉਸਨੇ ਨਹੀਂ ਦਿੱਤੇ ਤਾਂ ਇਸਨੇ ਲੱਤ ਤੋੜ ਦਿੱਤੀ। ਪਰ ਹੁਣ ਇੱਕ ਚਸ਼ਮਦੀਦ ਦਾ ਜਿਹੜਾ ਇੱਕ ਸਕਰੀਨਸ਼ਾਟ ਵਾਇਰਲ ਹੋਇਆ ਹੈ ਜਿਸ ਦੇ ਵਿੱਚ ਉਸਨੇ ਦੱਸਿਆ ਹੈ ਕਿ ਬੀੜੀ ਦਾ ਧੂਆਂ ਸੁੱਟਣ ਦੇ ਮਸਲੇ ਦੇ ਉੱਤੇ ਇਹ ਜਿਹੜੀ ਲੜਾਈ ਹੋਈ ਸੀ ਦੋ ਜਣਿਆਂ ਦੀ ਆਪਸ ਦੇ ਵਿੱਚ। ਦੱਸਿਆ ਗਿਆ ਕਿ ਨਵੀਨ ਕੁਮਾਰ ਜਿਹੜਾ ਕਿ ਅੰਮ੍ਰਿਤ ਛਕ ਕੇ ਸਿੰਘ ਸੱਜ ਕੇ ਨਵੀਨ ਸਿੰਘ ਬਣ ਗਿਆ, ਉਹ ਨਾਲ ਹੀ ਸਿੰਘੂ ਬਾਰਡਰ ਤੇ ਹੀ ਬਾਜ਼ਾਰ ਦੇ ਵਿੱਚ ਜਾ ਰਿਹਾ ਸੀ। ਇਸ ਮੌਕੇ ਇੱਥੇ ਥੋੜਾ ਜਾਮ ਲੱਗ ਗਿਆ ਤਾਂ ਜਿਹੜਾ ਮਜ਼ਦੂਰ ਸੀ, ਜਿਹੜਾ ਛੋਟਾ ਦੁਕਾਨਦਾਰ ਜਿਸ ਨੂੰ ਕਿਹਾ ਜਾ ਰਿਹਾ ਹੈ ਰੇੜੀ ਵਾਲਾ, ਤਾਂ ਉਹ ਸਿਗਰਟ ਪੀ ਰਿਹਾ ਸੀ। ਸਿਗਰਟ ਦਾ ਧੂਆਂ ਜਦੋਂ ਨਵੀਨ ਦੇ ਮੂੰਹ ਦੇ ਉੱਤੇ ਪਿਆ ਤਾਂ ਨਵੀਨ ਨੇ ਉਸਨੂੰ ਸਿਗਰਟ ਦਾ ਧੂਆਂ ਪਾਸੇ ਸੁੱਟਣ ਲਈ ਕਿਹਾ, ਯਾਨੀ ਕਿ ਉਹਨੂੰ ਸਿਗਰਟ ਬੰਦ ਕਰਨ ਦੇ ਲਈ ਕਿਹਾ ਤਾਂ ਇਸ ਨੂੰ ਲੈ ਕੇ ਦੋਵਾਂ ਦੇ ਵਿਚਾਲੇ ਝੜਪ ਹੋ ਗਈ। ਪਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਨਵੀਨ ਸਿੰਘ ਦਾ ਬਾਣਾ ਉਤਰਵਾਇਆ ਗਿਆ, ਉਸਦੀ ਦਸਤਾਰ ਉਤਾਰੀ ਗਈ, ਉਸਦੇ ਸਾਰੇ ਕਕਾਰ ਲੈ ਲਏ ਗਏ, ਉਸ ਦੀ ਸਿੱਖ ਸੰਗਤਾਂ ਦੇ ਵਿੱਚ ਖਾਸੀ ਆਲੋਚਨਾ ਹੋ ਰਹੀ ਸੀ ਕਿ ਜੇ ਕਿਸੇ ਨੇ ਕੋਈ ਗਲਤੀ ਕੀਤੀ ਹੈ ਇਸ ਦਾ ਮਤਲਬ ਇਹ ਨਹੀਂ ਕਿ ਉਸ ਨੂੰ ਧਾਰਮਿਕ ਤੌਰ ਤੇ ਤੁਸੀਂ ਬਦਨਾਮ ਕਰੋਗੇ। ਜਾਣਕਾਰੀ ਇਹ ਵੀ ਮਿਲੀ ਹੈ ਕਿ ਨਿਹੰਗ ਦਲ ਦੇ ਮੁਖੀ ਜਿਹੜੇ ਸਿੰਘੂ ਬਾਰਡਰ ਤੇ ਬੈਠੇ ਹੋਏ ਨੇ ਬਾਬਾ ਰਾਜਾ ਰਾਮ ਸਿੰਘ, ਉਹਨਾਂ ਨੇ ਇਸ ਘਟਨਾ ਦੇ ਉੱਤੇ ਅਫਸੋਸ ਪ੍ਰਗਟ ਕੀਤਾ ਤੇ ਕਿਹਾ ਕਿ ਨਵੀਨ ਸਿੰਘ ਨੂੰ ਅਸੀਂ ਉਸਦੀਆਂ ਧਾਰਮਿਕ ਭਾਵਨਾਵਾਂ ਨੂੰ ਜਿਹੜੀ ਠੇਸ ਪਹੁੰਚਾਈ ਹੈ ਉਸ ਨੂੰ ਵਾਪਸ ਬੜੇ ਸਤਿਕਾਰ ਦੇ ਨਾਲ ਅਸੀਂ ਪੰਥ ਦੇ ਵਿੱਚ ਲੈ ਕੇ ਆਵਾਂਗੇ, ਕਿਉਂਕਿ ਨਵੀਨ ਸਿੰਘ ਨੇ ਦਾਅਵਾ ਕੀਤਾ ਕਿ ਉਸਨੇ ਵਿਸਾਖੀ ਮੌਕੇ ਅੰਮ੍ਰਿਤਪਾਨ ਕੀਤਾ ਹੈ ਸਿੱਖੀ ਸਿਧਾਂਤਾਂ ਤੋਂ ਪ੍ਰਭਾਵਿਤ ਹੋ ਕੇ। ਅਤੇ ਚੜੂਨੀ ਦੀ ਜਿਹੜੀ ਭਾਰਤੀ ਕਿਸਾਨ ਯੂਨੀਅਨ ਹੈ ਉਸ ਦੇ ਵੀ ਇੱਕ ਬਲਾਕ ਪੱਧਰ ਦੇ ਲੀਡਰ ਨੇ ਦਾਅਵਾ ਕੀਤਾ ਸੀ ਕਿ ਨਵੀਨ ਸਿੰਘ ਕੋਈ ਨਕਲੀ ਨਿਹੰਗ ਨਹੀਂ ਹੈ। ਇਸੇ ਦਰਮਿਆਨ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਹਰਿਆਣਾ ਦੇ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਅਸੀਂ ਜਾਤੀਵਾਦ ਧਰਮ ਦੇ ਨਾਂ ਤੇ ਆਪਸ ਵਿੱਚ ਵੰਡੇ ਜਾ ਰਹੇ ਹਾਂ ਤੇ ਸਾਨੂੰ ਇਸ ਤੋਂ
ਸੁਚੇਤ ਰਹਿਣਾ ਚਾਹੀਦਾ ਹੈ, ਕਿਉਂਕਿ ਜੇ ਅਸੀਂ ਜਾਤੀਵਾਦ ਵਿੱਚ ਫਸ ਗਏ ਤਾਂ ਬੀਜੇਪੀ ਸਿੱਧਾ ਇਸ ਦਾ ਫਾਇਦਾ ਚੁੱਕੇਗੀ। ਚੜੂਨੀ ਨੇ ਖਾਪ ਦੇ ਪ੍ਰਤੀਨਿਧਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਪਿੰਡਾਂ ਵਿੱਚ ਮਸਲੇ ਚੱਲ ਰਹੇ ਨੇ ਉੱਥੇ ਖਾਪ ਪ੍ਰਤੀਨਿਧੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਭਾਈਚਾਰੇ ਨੂੰ ਦੁਬਾਰਾ ਤੋਂ ਕਾਇਮ ਕਰਨ। ਚੜੂਨੀ ਨੇ ਕਿਹਾ ਕਿ ਜੇ ਕਿਤੇ ਵੀ ਕੋਈ ਵੀ ਗਲਤੀ ਕਰਦਾ ਹੈ ਤਾਂ ਮਸਲਾ ਆਪਸ ਦੇ ਵਿੱਚ ਮਿਲ ਬੈਠ ਕੇ ਸੁਲਝਾ ਲਿਆ ਜਾਵੇ, ਸੁਲਝ ਜਾਂਦਾ ਹੁੰਦਾ ਹੈ। ਚੜੂਨੀ ਨੇ ਖਾਪ ਲੀਡਰਾਂ ਨੂੰ ਇੱਕ ਹੋਰ ਬੇਨਤੀ ਕਰਦਿਆਂ ਕਿਹਾ ਕਿ ਭਾਈਚਾਰੇ ਨੂੰ ਬਚਾਉਣ ਦਾ ਇੱਕ ਵਧੀਆ ਤਰੀਕਾ ਇਹ ਵੀ ਹੋ ਸਕਦਾ ਹੈ ਕਿ ਦੂਸਰੀਆਂ ਬਰਾਦਰੀਆਂ ਦੇ ਇੱਕ ਬੰਦੇ ਨੂੰ ਖਾਪ ਪੰਚਾयतों ਦੀ कमेटी ਵਿੱਚ शामिल कर लिया जाए तां जो इस तरह के मसले खड़े ही ना हों। नंबर 1 तो मेरा सभी खाप के जो प्रतिनिधि हैं उनसे मेरी हाथ जोड़ के प्रार्थना है कि जहां जहां भी जिन गांवों में भी ये मसले चल रहे हैं वहां पे हमारे खाप प्रतिनिधि अपनी जिम्मेवारी को समझते हुए इस भाईचारे को दोबारा से कायम करें, किसी तरह से भी कायम करें, हाथ जोड़े, पैर पकड़े, कुछ भी करना पड़े। या सारे जो खाप प्रतिनिधि हैं वो अपने अपने खापों का संभालें और इस मामले को जो है जहां भी कोई झगड़ा है 3-4 गांवों में मेरे को पता चला है वहां पे इसको दबाएं, इस मामले को निपटाएं। कि जहां पे कोई दलित समाज का भाई गलती करता है वहां जो दलित समाज के लीडर हैं वो ही अपने भाई को जाके समझाएं, और जहां कोई दूसरे समाज का गलती करता है जो दूसरे समाज के लीडर हैं वही जाके उसको समझाएं, तो हमारा आपस में सौहार्द और आपस में भाईचारा बना रहेगा। ਪੰਜਾਬ ਦੇ ਉਪ ਮੁੱਖ ਮੰਤਰੀ ਓਪੀ ਸੋਨੀ ਨੇ ਫਾਰਮਾਸਿਊਟੀਕਲ ਦਵਾਈਆਂ ਦੀ ਦੁਰਵਰਤੋਂ ਨੂੰ ਰੋਕਣ ਦੇ ਉਦੇਸ਼ ਨਾਲ ਡਰੱਗ ਕੰਟਰੋਲ ਅਧਿਕਾਰੀਆਂ ਨੂੰ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੀ ਅੰਨ੍ਹੇਵਾਹ ਵਿਕਰੀ ਨੂੰ ਰੋਕਣ ਦੀ ਹਦਾਇਤ ਕੀਤੀ ਹੈ। ਚੰਨੀ ਨੇ ਕਿਹਾ ਕਿ ਲੋਕਾਂ ਦੇ ਵਿੱਚ ਖਾਸ ਕਰਕੇ ਨੌਜਵਾਨ ਪੀੜ੍ਹੀ ਵਿੱਚ ਨਸ਼ਿਆਂ ਦੀ ਆਦਤ ਦਾ ਕਾਰਨ ਬਣਨ ਵਾਲੀਆਂ ਸਾਰੀਆਂ ਦਵਾਈਆਂ ਨੂੰ ਘਟਾ ਦਿੱਤਾ ਜਾਵੇ। ਇਹਨਾਂ ਦੀ ਸਿਰਫ ਸਾਵਧਾਨੀ ਦੇ ਨਾਲ ਵਿਕਰੀ ਕਰਨ ਦੀ ਹੀ ਇਜਾਜ਼ਤ ਹੋਵੇਗੀ। ਅਧਿਕਾਰੀਆਂ ਨੂੰ ਸੂਬੇ ਦੇ ਵਿੱਚ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੇ ਭੰਡਾਰਨ, ਵਿਕਰੀ ਅਤੇ ਵੰਡ ਦੇ ਉੱਤੇ ਪੈਨੀ ਨਜ਼ਰ ਰੱਖਣ ਦੇ ਹੁਕਮ ਓਪੀ ਸੋਨੀ ਨੇ ਦਿੱਤੇ ਨੇ। ਦਰਅਸਲ ਨੌਜਵਾਨਾਂ ਦੇ ਵੱਲੋਂ ਪ੍ਰੀਗੈਬਲਿਨ ਵਾਲੇ ਕੈਪਸੂਲ ਤੇ ਗੋਲੀਆਂ ਦੀ ਵਰਤੋਂ ਨਸ਼ੇ ਦੇ ਲਈ ਕੀਤੀ ਜਾ ਰਹੀ ਹੈ। ਪਿਛਲੇ ਦਿਨੀ ਮਾਨਸਾ ਜ਼ਿਲ੍ਹੇ ਦੀ ਖਬਰ ਅਸੀਂ ਤੁਹਾਨੂੰ ਦੱਸੀ ਸੀ ਕਿ ਇੱਥੇ ਪ੍ਰੀਗੈਬਲਿਨ ਦੇ ਜਿਹੜੇ ਕੈਪਸੂਲ ਹੈਗੇ ਨੇ ਉਹਨਾਂ ਤੇ ਰੋਕ ਹੀ ਲਾ ਦਿੱਤੀ ਗਈ ਹੈ। ਡਰੱਗ ਦੀ ਜਿਹੜੀ ਇਸ ਦਵਾਈ ਦੀ ਵਰਤੋਂ ਕਰਨ ਦੀ ਇਜਾਜ਼ਤ ਜੇ ਤੁਹਾਨੂੰ ਡਾਕਟਰ ਦੇਵੇਗਾ ਤੇ ਜੇ ਰਿਕਮੈਂਡੇਸ਼ਨ ਲਿਖੀ ਹੋਵੇਗੀ ਤਾਂ ਹੀ ਮੈਡੀਕਲ ਸਟੋਰਾਂ ਵਾਲੇ ਦੇ ਸਕਦੇ ਨੇ, ਨਹੀਂ ਤਾਂ ਮਾਨਸਾ ਜ਼ਿਲ੍ਹੇ ਦੇ ਵਿੱਚ ਕਾਨੂੰਨੀ ਕਾਰਵਾਈ ਕੀਤੇ ਜਾਣ ਦਾ ਹੁਕਮ ਹੈ ਜਿਹੜਾ ਉਹ ਚਾੜਿਆ ਗਿਆ ਹੈ ਤੇ ਅਜਿਹਾ ਹੁਕਮ ਸ਼ਾਇਦ ਪੂਰੇ ਪੰਜਾਬ ਦੇ ਵਿੱਚ ਵੀ ਲਾਗੂ ਕਰਨਾ ਚਾਹੀਦਾ ਹੈ। ਕਿਸਾਨਾਂ ਦੀਆਂ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਪੰਜਾਬ ਦੇ ਸਿਰ ਤੇ ਇੱਕ ਵੱਡਾ ਕਲੰਕ, ਮੱਥੇ ਤੇ ਇੱਕ ਵੱਡਾ ਕਲੰਕ ਨੇ ਕਿਸਾਨਾਂ ਦੀਆਂ ਮਜਬੂਰੀ ਦੇ ਵਿੱਚ ਕੀਤੀਆਂ ਗਈਆਂ ਖੁਦਕੁਸ਼ੀਆਂ। ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਦੇ ਵਿੱਚ ਇੱਕ ਹੋਰ ਕਿਸਾਨ ਨੇ ਨਰਮੇ ਦੀ ਫਸਲ ਗੁਲਾਬੀ ਸੁੰਡੀ ਵੱਲੋਂ ਖਾਦੇ ਜਾਣ ਕਾਰਨ ਕੀਟਨਾਸ਼ਕ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਕਿਸਾਨ ਗੁਰਪ੍ਰੀਤ ਸਿੰਘ ਦੀ ਉਮਰ 43 ਸਾਲ ਦੀ ਸੀ ਅਤੇ ਆਪਣੇ ਪਿੱਛੇ ਵਿਧਵਾ ਤੋਂ ਇਲਾਵਾ 2 ਜਵਾਨ ਧੀਆਂ ਤੇ ਪੁੱਤਰ ਨੂੰ ਛੱਡ ਗਿਆ ਹੈ। ਨੌਕ ਨਾਲ ਜ਼ਮੀਨ ਦਾ ਮਾਲਕ ਸੀ। ਕਬੀਲਦਾਰੀ ਚਲਾਉਣ ਲਈ ਜ਼ਮੀਨ ਠੇਕੇ ਤੇ ਲੈ ਕੇ ਵਾਹੀ ਕਰਦਾ ਸੀ, ਪਰ ਇਸ ਵਾਰੀ ਠੇਕੇ ਤੇ ਲਈ ਸਾਰੀ ਫਸਲ ਗੁਲਾਬੀ ਸੁੰਡੀ ਖਾ ਗਈ। ਫਸਲ ਦਾ ਦੁੱਖ ਨਾ ਸਹਾਰਦੇ ਹੋਏ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਗਰਾਹਾਂ ਜਥੇਬੰਦੀ ਨੇ ਮ੍ਰਿਤਕ ਕਿਸਾਨ ਦਾ ਸਾਰਾ ਕਰਜ਼ਾ ਮਾਫ ਕਰਨ ਦੀ ਮੰਗ ਕੀਤੀ ਹੈ ਤੇ ਨਾਲ ਹੀ ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਤੇ 5 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਗ੍ਰਾਂਟ ਦਿੱਤੇ ਜਾਣ ਦੀ ਮੰਗ ਕੀਤੀ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਸੁਖਬੀਰ ਬਾਦਲ ਜਿੰਨਾ ਤੇਜ਼ੀ ਨਾਲ ਚੱਲ ਰਹੇ ਨੇ, ਕੋਈ ਪਾਰਟੀ ਸ਼ਾਇਦ ਨਹੀਂ ਚੱਲ ਰਹੀ। ਹੁਣ ਤੱਕ 77 ਉਮੀਦਵਾਰਾਂ ਦਾ ਐਲਾਨ ਕਰ ਚੁੱਕੇ ਨੇ। ਤਾਜ਼ਾ ਐਲਾਨ ਲੋਧੀ ਨੰਗਲ ਦੇ ਲਈ ਕੀਤਾ ਗਿਆ ਹੈ। ਹਲਕਾ ਫਤਿਹਗੜ੍ਹ ਚੂੜੀਆਂ ਤੋਂ ਮੌਜੂਦਾ ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ ਨੇ ਜਿਹੜੇ ਉਮੀਦਵਾਰ ਹੋਣਗੇ ਤੇ ਰਵੀਕਰਨ ਸਿੰਘ ਕਾਲੋਂ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ। ਇਸ ਦੇ ਨਾਲ ਹੀ ਮਲੇਰ ਕੋਟਲਾ ਤੋਂ ਸੁਖਬੀਰ ਬਾਦਲ ਨੇ ਯੂਨਸ ਮੁਹੰਮਦ ਨੂੰ ਪਾਰਟੀ ਦਾ ਉਮੀਦਵਾਰ ਐਲਾਨਿਆ ਹੈ। ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਪਾਰਟੀ ਦੇ ਸੀਨੀਅਰ ਲੀਡਰ ਰਵੀਕਰਨ ਸਿੰਘ ਕਾਲੋਂ ਨੂੰ ਪਾਰਟੀ ਦਾ ਜਨਰਲ ਸਕੱਤਰ ਨਿਯੁਕਤ ਕਰ ਦਿੱਤਾ ਹੈ। ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਵਿੱਚ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ, ਜਿੱਥੇ ਕਾਰ ਨੂੰ ਪਿੱਛੋਂ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਮੂਹਰੇ ਜਾ ਰਹੇ ਟਰੱਕ ਦੇ ਨਾਲ ਟਕਰਾ ਗਈ ਤੇ ਕਾਰ ਦੇ ਵਿੱਚ ਸਵਾਰ 9 ਜਣਿਆਂ ਦੀ ਮੌਤ ਹੋ ਗਈ, ਇੱਕ ਜ਼ਖਮੀ ਹੋ ਗਿਆ। ਹਾਦਸਾ ਝੱਜਰ ਦੇ ਬਾਦਲੀ ਇਲਾਕੇ ਨੇੜੇ KMP ਐਕਸਪ੍ਰੈਸਵੇ ਤੇ ਹੋਇਆ। ਮ੍ਰਿਤਕਾਂ ਦੇ ਵਿੱਚ 3 ਔਰਤਾਂ ਤੇ ਇੱਕ ਬੱਚਾ ਸ਼ਾਮਲ ਨੇ। ਕਾਰ ਦੇ ਵਿੱਚ UP ਵੱਲ ਨੂੰ ਜਾ ਰਹੇ ਸੀ। ਟਰੱਕ ਡਰਾਈਵਰ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਵਿੱਚ ਮਾਰੇ ਗਏ ਸਾਰੇ ਲੋਕ UP ਦੇ ਫਿਰੋਜ਼ਾਬਾਦ ਦੇ ਰਹਿਣ ਵਾਲੇ ਸੀ। ਪੈਟਰੋਲ ਤੇ ਡੀਜ਼ਲ ਦੇ ਭਾਅ ਲਗਾਤਾਰ ਵੱਧ ਰਹੇ ਨੇ ਤੇ ਕਈ ਸ਼ਹਿਰਾਂ ਦੇ ਵਿੱਚ ਤਾਂ ਹੁਣ ਪੈਟਰੋਲ ਹੈ 120 ਰੁਪਏ ਪ੍ਰਤੀ ਲੀਟਰ ਦੇ ਨੇੜੇ ਪਹੁੰਚ ਗਿਆ ਹੈ। ਅਕਤੂਬਰ ਮਹੀਨੇ ਦੇ ਵਿੱਚ 17 ਵਾਰੀ ਪੈਟਰੋਲ ਤੇ ਡੀਜ਼ਲ ਦੇ ਭਾਅ ਦੇ ਵਿੱਚ ਵਾਧਾ ਕੀਤਾ ਗਿਆ ਹੈ। ਜਿਹੜੇ ਸ਼ਹਿਰਾਂ ਦੇ ਵਿੱਚ ਪੈਟਰੋਲ 120 ਦੇ ਨੇੜੇ ਪਹੁੰਚ ਗਿਆ, ਰਾਜਸਥਾਨ ਦਾ ਸ਼੍ਰੀ ਗੰਗਾਨਗਰ, ਮੱਧ ਪ੍ਰਦੇਸ਼ ਦਾ ਅਨੂਪੁਰ ਸਤਨਾ ਵਿੱਚ, ਰਾਜਪੁਰ, ਰੀਵਾ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਦੇ ਵਿੱਚ ਅਤੇ ਛਿੰਦਵਾੜਾ ਮੱਧ ਪ੍ਰਦੇਸ਼, ਯਾਨੀ ਕਿ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਜ਼ਿਲ੍ਹਿਆਂ ਦੇ ਵਿੱਚ
ਕਿਤੇ 119 ਕਿਤੇ 117 ਤੋਂ ਵੱਧ ਯਾਨੀ ਕਿ 120 ਰੁਪਏ ਤੱਕ ਜਿਹੜਾ ਪੈਟਰੋਲ ਹੈ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਤੇ ਡੀਜ਼ਲ ਵੀ ਇੱਥੇ 100 ਨੂੰ ਪਾਰ ਕਰ ਚੁੱਕਿਆ ਹੈ। ਰਾਜਸਥਾਨ ਦੇ ਸ਼੍ਰੀ ਗੰਗਾਨਗਰ ਦੇ ਵਿੱਚ ਤਾਂ ਡੀਜ਼ਲ 109 ਰੁਪਏ 88 ਪੈਸੇ ਪ੍ਰਤੀ ਲੀਟਰ ਵਿਕ ਰਿਹਾ ਹੈ। तो ਪੈਟਰੋਲ ਤੇ ਡੀਜ਼ਲ ਨੇ ਭਾਵੇਂ ਸਰਕਾਰ ਦੇ ਖਜ਼ਾਨੇ ਭਰ ਦਿੱਤੇ ਨੇ, ਸਾਰਾ ਪੈਸਾ ਸਰਕਾਰ ਹੁਣ ਲੋਕਾਂ ਦੇ ਸਿਰੋਂ ਹੁਣ ਪੈਟਰੋਲ ਤੇ ਡੀਜ਼ਲ ਰਾਹੀਂ ਲੁੱਟ ਰਹੀ ਹੈ, ਜਿਸ ਨਾਲ ਆਮ ਲੋਕਾਂ ਦਾ ਜਿਉਣਾ ਮੁਸ਼ਕਿਲ ਹੋਇਆ ਪਿਆ। ਕਾਂਗਰਸ ਲਗਾਤਾਰ ਮਹਿੰਗਾਈ ਦੇ ਮੁੱਦੇ ਤੇ ਮੋਦੀ ਸਰਕਾਰ ਨੂੰ ਘੇਰ ਰਹੀ ਹੈ। ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ ਹੈ, ਜਦੋਂ ਤੁਸੀਂ ਹਰ ਰੋਜ਼ ਮਹਿੰਗਾ ਪੈਟਰੋਲ ਤੇ ਡੀਜ਼ਲ ਖਰੀਦਦੇ ਹੋ ਤਾਂ ਯਾਦ ਰੱਖਿਓ ਕਿ ਮੋਦੀ ਸਰਕਾਰ ਨੇ ਪੈਟਰੋਲੀਅਮ ਉਤਪਾਦਾਂ ਤੇ ਟੈਕਸ ਤੋਂ 23 ਲੱਖ ਕਰੋੜ ਰੁਪਏ ਕਮਾਏ ਨੇ। ਜੋ ਤੁਸੀਂ ਰੋਜ਼ਾਨਾ ਮਹਿੰਗੇ ਤੇਲ ਸਬਜ਼ੀਆਂ ਖਰੀਦਦੇ ਹੋ ਤਾਂ ਯਾਦ ਰੱਖਿਓ ਇਸ ਸਰਕਾਰ ਦੇ ਵਿੱਚ 97% ਪਰਿਵਾਰਾਂ ਦੀ ਆਮਦਨੀ ਘਟੀ ਹੈ। ਪਰ ਖਬਰਾਂ ਦੇ ਮੁਤਾਬਿਕ ਮੋਦੀ ਜੀ ਦੇ ਖਰਬਪਤੀ ਦੋਸਤ ਰੋਜ਼ਾਨਾ 1000 ਕਰੋੜ ਕਮਾਉਂਦੇ ਨੇ। ਸੋ ਤੁਹਾਨੂੰ ਪਤਾ ਲੱਗ ਹੀ ਗਿਆ ਅੰਕੜਿਆਂ ਦਾ ਕਿ ਪੈਟਰੋਲ ਤੇ ਡੀਜ਼ਲ ਮਹਿੰਗੇ ਭਾਅ ਤੇ ਵੇਚ ਕੇ ਸਰਕਾਰ 23 ਲੱਖ ਕਰੋੜ ਰੁਪਏ ਕਮਾ ਚੁੱਕੀ ਹੈ। ਸੋਚ ਸਕਦੇ ਹੋ ਕਿੰਨਾ ਵੱਡਾ ਅੰਕੜਾ ਹੈ ਅਤੇ ਤੁਹਾਨੂੰ ਕੀ ਮਿਲ ਰਿਹਾ ਹੈ। ਜਲਵਾਯੂ ਤਬਦੀਲੀ ਦੀ ਸਭ ਤੋਂ ਵੱਡੀ ਮਾਰ ਭਾਰਤ ਤੇ ਵੀ ਪਵੇਗੀ। ਅਮਰੀਕਾ ਦੀ ਖੁਫੀਆ ਏਜੰਸੀ ਨੇ ਇੱਕ ਰਿਪੋਰਟ ਕੱਢੀ ਹੈ ਜਿਸ ਦੇ ਵਿੱਚ ਕਿਹਾ ਗਿਆ ਕਿ ਭਾਰਤ ਉਹਨਾਂ ਮੁਲਕਾਂ ਵਿੱਚੋਂ ਇੱਕ ਹੈ ਜਿਨ੍ਹਾਂ ਤੇ ਜਲਵਾਯੂ ਤਬਦੀਲੀ ਦਾ ਸਭ ਤੋਂ ਵੱਧ ਅਸਰ ਪਏਗਾ ਤੇ ਜੋ ਇਸ ਦੇ ਮੰਦੇ ਪ੍ਰਭਾਵਾਂ ਨਾਲ ਲੜਨ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਗੇ। ਰਿਪੋਰਟ ਵਿੱਚ ਭਾਰਤ ਤੋਂ ਇਲਾਵਾ ਅਫਗਾਨਿਸਤਾਨ ਅਤੇ ਪਾਕਿਸਤਾਨ ਵੀ ਸੰਵੇਦਨਸ਼ੀਲ ਮੁਲਕਾਂ ਦੀ ਸੂਚੀ ਵਿੱਚ ਸ਼ਾਮਲ ਨੇ। ਰਿਪੋਰਟ ਵਿੱਚ ਕਿਹਾ ਗਿਆ ਕਿ ਇਹਨਾਂ ਦੇਸ਼ਾਂ ਦੇ ਕੋਲ ਜਲਵਾਯੂ ਤਬਦੀਲੀ ਦੇ ਨਾਲ ਲੜਨ ਦੀ ਕੋਈ ਤਿਆਰੀ ਵੀ ਨਹੀਂ ਹੈ। ਅਮਰੀਕਾ ਦੇ ਆਫਿਸ ਆਫ ਨੈਸ਼ਨਲ ਇੰਟੈਲੀਜੈਂਸ ਯਾਨੀ ਕਿ ODNI ਦਾ ਇਹ ਅੰਦਾਜ਼ਾ ਵੀ ਹੈ ਕਿ ਗਲੋਬਲ ਵਾਰਮਿੰਗ ਕਾਰਨ ਜਿਹੜਾ ਭੂ ਸਿਆਸੀ ਤਣਾਅ ਹੈ ਉਹ ਵੀ ਵਧੇਗਾ। ਇਸ ਰਿਪੋਰਟ ਦੇ ਵਿੱਚ ਜਿਹੜੇ ਮੁਲਕਾਂ ਦੇ ਨਾਮ ਲਏ ਗਏ ਨੇ ਜਿਹੜੇ ਕਿ ਸੰਵੇਦਨਸ਼ੀਲ ਮੁਲਕ ਹੈਗੇ ਨੇ ਉਹਨਾਂ ਦੇ ਵਿੱਚ ਭਾਰਤ, ਪਾਕਿਸਤਾਨ, ਅਫਗਾਨਿਸਤਾਨ, ਮਿਆਂਮਾਰ, ਇਰਾਕ, ਉੱਤਰੀ ਕੋਰੀਆ, ਗੁਆਟੇਮਾਲਾ, ਹੇਤੀ, ਹੋਂਡਾਰਸ, ਨਿਕਾਰਾਗੁਆ ਤੇ ਕੋਲੰਬੀਆ ਇਹਨਾਂ ਨੂੰ ਚਿੰਤਾਜਨਕ ਮੁਲਕਾਂ ਦੀ ਸ਼੍ਰੇਣੀ ਦੇ ਵਿੱਚ ਰੱਖਿਆ ਗਿਆ ਹੈ। ਰਿਪੋਰਟ ਦੇ ਮੁਤਾਬਿਕ ਜਲਵਾਯੂ ਤਬਦੀਲੀ ਦੇ ਕਾਰਨ ਮੱਧ ਅਫਰੀਕਾ ਅਤੇ ਪ੍ਰਸ਼ਾਂਤ ਇਲਾਕਿਆਂ ਦੇ ਛੋਟੇ ਮੁਲਕਾਂ ਵਿੱਚ ਅਸਥਿਰਤਾ ਦਾ ਖਤਰਾ ਵੱਧ ਜਾਊਗਾ, ਜਿਸ ਦਾ ਅਸਰ ਦੁਨੀਆ ਦੀ ਸਭ ਤੋਂ ਗਰੀਬ ਆਬਾਦੀ ਦੇ ਉੱਤੇ ਪਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਕਰੋਨਾ ਵਾਇਰਸ ਦੀਆਂ ਖੁਰਾਕਾਂ ਦੇ ਵਿੱਚ ਜਿਹੜਾ 100 ਕਰੋੜ ਦਾ ਅੰਕੜਾ ਛੋਇਆ ਹੈ, ਟੀਕਿਆਂ ਨੇ ਉਸ ਦੀ ਲਗਾਤਾਰ ਤਾਰੀਫ ਕਰ ਰਹੇ ਨੇ, ਆਪਣੀ ਸਰਕਾਰ ਦੀ ਤਾਰੀਫ ਕਰ ਰਹੇ ਨੇ ਕਿ ਸਾਡੀ ਸਰਕਾਰ ਨੇ ਮਾਰਕਾ ਮਾਰਿਆ ਹੈ ਕਿ 21 ਅਕਤੂਬਰ ਤੱਕ ਭਾਰਤ ਦੇ ਵਿੱਚ 100 ਕਰੋੜ ਲੋਕਾਂ ਨੂੰ ਕਰੋਨਾ ਦੀ ਵੈਕਸੀਨ ਲੱਗ ਚੁੱਕੀ ਹੈ। 22 ਅਕਤੂਬਰ ਨੂੰ ਪ੍ਰਧਾਨ ਮੰਤਰੀ ਨੇ ਫਿਰ ਸਵੇਰੇ 10 ਵਜੇ ਮੁਲਕ ਨੂੰ ਸੰਬੋਧਨ ਕੀਤਾ, ਮੁਲਕ ਦੇ ਨਾਮ ਸੰਦੇਸ਼ ਦਿੱਤਾ, ਪਰ ਸੰਦੇਸ਼ ਦੇ ਵਿੱਚ ਇਹੀ ਕਿਹਾ ਕਿ ਵੈਕਸੀਨ ਦੀਆਂ 100 ਕਰੋੜ ਡੋਜ਼ਸ ਲੱਗ ਚੁੱਕੀਆਂ ਨੇ ਤੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਹੋਵੇ। ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਲੀਡਰ ਗੌਰਵ ਵੱਲਭ ਨੇ ਪ੍ਰੈਸ ਬਰੀਫਿੰਗ ਕੀਤੀ ਜਿਸ ਵਿੱਚ ਉਹਨਾਂ ਨੇ ਪ੍ਰਧਾਨ ਮੰਤਰੀ ਤੇ ਝੂਠ ਬੋਲਣ ਦੇ ਇਲਜ਼ਾਮ ਲਾਏ। ਨੀਮ ਹਕੀਮ ਖਤਰਾ ਏ ਜਾਨ, ਇਸ ਕਹਾਵਤ ਦੇ ਨਾਲ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਸੰਬੋਧਨ ਨੂੰ ਲਿਆ। ਉਹਨਾਂ ਨੇ ਕਿਹਾ ਕਿ ਸਾਨੂੰ ਤਾਂ ਸੀ ਕਿ ਪ੍ਰਧਾਨ ਮੰਤਰੀ ਮੋਦੀ ਸਵੇਰੇ 10 ਵਜੇ ਮੁਲਕ ਨੂੰ ਸੰਬੋਧਨ ਕਰਨਗੇ ਤਾਂ ਕੁਝ ਜਿਹੜੇ ਦੇਸ਼ ਦੇ ਇੰਪੋਰਟੈਂਟ ਮੁੱਦੇ ਨੇ ਉਹਨਾਂ ਤੇ ਚਰਚਾ ਕਰਨਗੇ, ਪਰ ਉਹਨਾਂ ਨੇ ਤਾਂ ਕੁਝ ਅਜਿਹੇ ਤੱਥਾਂ ਤੇ ਗੱਲਬਾਤ ਕੀਤੀ ਜੋ ਅੱਧੇ ਅਧੂਰੇ ਸੀ, ਗਲਤ ਸੀ, ਜਿਸ ਨਾਲ ਦੇਸ਼ ਦੇ ਵਿੱਚ ਵਿਗਿਆਨੀ ਭਾਈਚਾਰੇ ਦੇ ਵਿੱਚ ਭਰਮ ਦਾ ਜਿਹੜਾ ਮਾਹੌਲ ਹੈ ਉਹ ਫੈਲ ਸਕਦਾ ਹੈ। ਗੌਰਵ ਵੱਲਭ ਨੇ PM ਦੇ ਭਾਸ਼ਣ ਬਾਰੇ ਦੱਸਦਿਆਂ ਕਿਹਾ ਕਿ ਇੱਕ ਮਸ਼ਹੂਰ ਕਹਾਵਤ ਨੀਮ ਹਕੀਮ ਖਤਰਾ ਏ ਜਾਨ, ਕਹਿੰਦੇ PM ਮੋਦੀ ਕਹਿੰਦੇ ਨੇ ਕਿ ਦੇਸ਼ ਵਿੱਚ ਪਹਿਲੀ ਵਾਰੀ ਵੈਕਸੀਨ ਬਣੀ ਹੈ। ਮੈਂ ਕਹਿਣਾ ਚਾਹੁੰਦਾ ਕਿ ਭਾਰਤੀ ਸਮਾਜ ਤੇ ਵਿਗਿਆਨਕ ਭਾਈਚਾਰਾ ਤੇ ਜਿਹੜੇ ਖੋਜਕਰਤਾ ਹੈਗੇ ਨੇ, ਸਿਹਤ ਵਿਭਾਗ ਨਾਲ ਜੁੜੇ ਜਿੰਨੇ ਵੀ ਲੋਕ ਨੇ, ਇਹਨਾਂ ਦਾ ਵੱਡਾ ਅਪਮਾਨ ਹੋ ਸਕਦਾ ਹੈ ਜੇ ਮੋਦੀ ਅਜਿਹਾ ਕਹਿੰਦੇ ਨੇ ਕਿ ਦੇਸ਼ 'ਚ ਪਹਿਲੀ ਵਾਰੀ ਵੈਕਸੀਨ ਬਣੀ ਹੈ। ਕਹਿੰਦੇ PM ਨੂੰ ਪਤਾ ਹੋਣਾ ਚਾਹੀਦਾ ਕਿ ਭਾਰਤ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਵੈਕਸੀਨ ਉਤਪਾਦਕ ਦੇਸ਼ ਹੈ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਕੀ ਉਹਨਾਂ ਲੱਖਾਂ ਪਰਿਵਾਰਾਂ ਦੇ ਲਈ ਜਸ਼ਨ ਦਾ ਸਮਾਂ ਹੈ ਜਿਨ੍ਹਾਂ ਨੇ ਸਰਕਾਰ ਦੀਆਂ ਕਮੀਆਂ ਤੇ ਲਾਪਰਵਾਹੀਆਂ ਦੇ ਕਾਰਨ ਆਪਣੇ ਪਰਿਵਾਰਕ ਮੈਂਬਰਾਂ ਨੂੰ ਖੋ ਦਿੱਤਾ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਜਸ਼ਨ ਮਨਾਉਣ ਦੀ ਬਜਾਏ ਪੀੜਤ ਪਰਿਵਾਰਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ। ਤੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਜਿਹੜਾ ਦਾਅਵਾ ਕੀਤਾ ਕਿ 100 ਕਰੋੜ ਡੋਜ਼ਸ ਦੇਣ ਵਾਲਾ ਭਾਰਤ ਪਹਿਲਾ ਮੁਲਕ ਬਣਿਆ ਹੈ ਦੁਨੀਆ ਦਾ। ਉਹ ਕਹਿੰਦੇ ਪ੍ਰਧਾਨ ਮੰਤਰੀ ਨੂੰ ਅੰਕੜੇ ਦੇਖਣੇ ਚਾਹੀਦੇ ਨੇ ਕਿਉਂਕਿ ਚੀਨ ਇਸ ਤੋਂ ਪਹਿਲਾਂ ਕਹਿ ਚੁੱਕਿਆ ਕਿ ਅਸੀਂ 250 ਕਰੋੜ ਲੋਕਾਂ ਨੂੰ ਵੈਕਸੀਨ ਦੇ ਚੁੱਕੇ ਹਾਂ।
ਮੁੰਬਈ ਦੇ ਵਿੱਚ ਵੱਡਾ ਹਾਦਸਾ ਵਾਪਰਿਆ। 61 ਮੰਜ਼ਲਾ ਰਿਹਾਇਸ਼ੀ ਇਮਾਰਤ ਦੇ ਵਿੱਚ ਇੱਥੇ ਅੱਗ ਲੱਗ ਗਈ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਦੱਸਿਆ ਕਿ ਕਰੀ ਰੋਡ ਤੇ ਸਥਿਤ ਇਮਾਰਤ ਦੇ ਵਿੱਚ ਅੱਗ ਲੱਗੀ। 12 ਫਾਇਰ ਟੈਂਡਰ ਮੌਕੇ ਤੇ ਭੇਜੇ ਗਏ। 30 ਸਾਲ ਦਾ ਸਿਕਿਉਰਿਟੀ ਗਾਰਡ ਅਰੁਣ ਤਿਵਾੜੀ ਅੱਗ ਲੱਗਣ ਤੋਂ ਬਾਅਦ ਜਾਨ ਬਚਾਉਣ ਦੇ ਲਈ ਜਦੋਂ ਜਹਿਦ ਕਰ ਰਿਹਾ ਸੀ ਤਾਂ 19ਵੀਂ ਮੰਜ਼ਲ ਤੋਂ ਡਿੱਗ ਕੇ ਉਸਨੇ ਦਮ ਤੋੜ ਦਿੱਤਾ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਭਾਰਤੀ ਸੰਸਦ ਦਾ ਸਰਦਰੁੱਤ ਇਜਲਾਸ 29 ਨਵੰਬਰ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਿਕ ਇਸ ਸੈਸ਼ਨ ਦੇ ਵਿੱਚ 20 ਬੈਠਕਾਂ ਹੋਣ ਦੀ ਸੰਭਾਵਨਾ ਹੈ। ਕ੍ਰਿਸਮਸ ਤੋਂ ਪਹਿਲਾਂ ਇਹ ਖਤਮ ਹੋ ਜਾਏਗਾ। ਦਰਅਸਲ ਕੋਰੋਨਾ ਮਹਾਮਾਰੀ ਕਾਰਨ ਪਿਛਲੇ ਸਾਲ ਸੰਸਦ ਦਾ ਸਰਦਰੁੱਤ ਇਜਲਾਸ ਨਹੀਂ ਹੋਇਆ ਸੀ। ਸਮੁੰਦਰੀ ਜਹਾਜ਼ ਤੋਂ ਮਿਲੇ ਨਸ਼ੀਲੇ ਪਦਾਰਥਾਂ ਦੇ ਮਾਮਲੇ ਦੇ ਵਿੱਚ ਅਭਿਨੇਤਰੀ ਅਨੰਨਿਆ ਪਾਂਡੇ ਮੁੜ ਐਨਸੀਬੀ ਦਫ਼ਤਰ ਪਹੁੰਚੀ। ਉਸ ਨੂੰ ਅਭਿਨੇਤਾ ਸ਼ਾਹਰੁਖ ਖਾਨ ਦੇ ਪੁੱਤ ਆਰੀਅਨ ਖਾਨ ਦੇ ਨਾਲ ਕਥਿਤ WhatsApp ਚੈਟਸ ਦੇ ਸੰਬੰਧੀ ਜਿਹੜਾ ਬਿਆਨ ਦਰਜ ਕਰਨ ਦੇ ਲਈ ਤਲਬ ਕੀਤਾ ਗਿਆ ਸੀ। ਲਗਾਤਾਰ ਦੂਸਰਾ ਦਿਨ ਹੈ ਜਦੋਂ ਅਨੰਨਿਆ ਕੇਂਦਰੀ ਏਜੰਸੀ ਦੇ ਸਾਹਮਣੇ ਪੇਸ਼ ਹੋਈ। ਉਸਦੇ ਅਭਿਨੇਤਾ ਪਿਤਾ ਚੰਕੀ ਪਾਂਡੇ ਉਸ ਦੇ ਨਾਲ ਐਨਸੀਬੀ ਦਫ਼ਤਰ ਪਹੁੰਚੇ ਤੇ ਸ਼ੁੱਕਰਵਾਰ ਨੂੰ ਅਨੰਨਿਆ ਤੋਂ ਕਰੀਬ 3 ਘੰਟੇ ਐਨਸੀਬੀ ਨੇ ਪੁੱਛਗਿੱਛ ਕੀਤੀ। ਅਮਰੀਕਾ ਦੇ ਨਿਊ ਮੈਕਸੀਕੋ ਤੋਂ ਖਬਰ ਹੈ ਜਿੱਥੇ ਹਾਲੀਵੁੱਡ ਅਦਾਕਾਰ ਐਲੇਕ ਬਾਲਡਵਿਨ ਨੇ ਆਪਣੀ ਆਉਣ ਵਾਲੀ ਫਿਲਮ ਰਸਟ ਦੇ ਸੈੱਟ ਤੇ ਸ਼ੂਟਿੰਗ ਦੌਰਾਨ ਗਲਤੀ ਦੇ ਨਾਲ ਗੋਲੀ ਚਲਾ ਦਿੱਤੀ, ਜਿਸ ਵਿੱਚ ਸਿਨੇਮੈਟੋਗ੍ਰਾਫ ਦਾ ਕਤਲ ਹੋ ਗਿਆ, ਮੌਤ ਹੋ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਹਾਦਸਾ ਉਸ ਬੰਦੂਕ ਦੇ ਨਾਲ ਹੋਇਆ ਜਿਸ ਦੀ ਵਰਤੋਂ ਫਿਲਮ 'ਚ ਕੀਤੀ ਜਾ ਰਹੀ ਸੀ। ਇਸ ਘਟਨਾ ਦੇ ਵਿੱਚ ਫਿਲਮ ਨਿਰਦੇਸ਼ਕ ਵੀ ਜ਼ਖਮੀ ਹੋ ਗਿਆ। ਅਦਾਕਾਰ ਦੇ ਬੁਲਾਰੇ ਨੇ ਐਸੋਸੀਏਟਡ ਪ੍ਰੈਸ ਨੂੰ ਦੱਸਿਆ ਕਿ ਇਹ ਘਟਨਾ ਸ਼ੂਟਿੰਗ ਦੇ ਲਈ ਇਸਤੇਮਾਲ ਕੀਤੀ ਜਾਣ ਵਾਲੀ ਗਨ ਦੇ ਮਿਸਫਾਇਰ ਕਰਨ ਕਰਕੇ ਵਾਪਰੀ ਹੈ। ਖਬਰ ਮੈਕਸੀਕੋ ਤੋਂ ਹੈ ਜਿੱਥੇ ਕੈਰੇਬੀਅਨ ਸ਼ਹਿਰ ਤੁਲਮ ਦੇ ਰੈਸਟੋਰੈਂਟ ਦੇ ਵਿੱਚ ਗੋਲੀਬਾਰੀ ਕਾਰਨ ਇੱਕ ਭਾਰਤੀ ਸਮੇਤ 2 ਵਿਦੇਸ਼ੀ ਨਾਗਰਿਕਾਂ ਦੀ ਮੌਤ ਹੋ ਗਈ, 3 ਜ਼ਖਮੀ ਹੋ ਗਏ। ਮ੍ਰਿਤਕ ਔਰਤਾਂ ਦੇ ਵਿੱਚੋਂ ਇੱਕ ਜਰਮਨੀ ਦੀ ਰਹਿਣ ਵਾਲੀ ਸੀ, ਦੂਸਰੀ ਭਾਰਤ ਦੀ ਰਹਿਣ ਵਾਲੀ ਸੀ। ਜ਼ਖਮੀਆਂ ਦੇ ਵਿੱਚੋਂ 2 ਜਰਮਨ ਤੇ ਇੱਕ ਨੀਦਰਲੈਂਡ ਦਾ ਨਾਗਰਿਕ ਹੈ। ਗੋਲੀਬਾਰੀ ਬੁੱਧਵਾਰ ਨੂੰ ਸੜਕ ਦੇ ਕਿਨਾਰੇ ਰੈਸਟੋਰੈਂਟ ਦੇ ਵਿੱਚ ਹੋਈ ਜਿਸ ਦੇ ਬਾਹਰ ਕੁਝ ਮੇਜ਼ ਲੱਗੇ ਹੋਏ ਸੀ। ਇਸ ਦੌਰਾਨ ਨਸ਼ੀਲੇ ਪਦਾਰਥ ਵੇਚਣ ਵਾਲੇ ਗਰੋਹਾਂ ਦੇ ਵਿਚਾਲੇ ਝਗੜਾ ਹੋ ਗਿਆ, ਗੋਲੀਆਂ ਚੱਲ ਗਈਆਂ ਜਿਸ ਕਾਰਨ ਰੈਸਟੋਰੈਂਟ ਵਿੱਚ ਖਾਣਾ ਖਾ ਰਹੇ ਸੈਲਾਨੀ ਜਿਹੜੇ ਬਾਹਰ ਬਹਿ ਕੇ ਖਾਣਾ ਖਾ ਰਹੇ ਸੀ ਉਹ ਲਪੇਟ ਦੇ ਵਿੱਚ ਆ ਗਏ। ਇੱਕ ਔਰਤ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਦੂਸਰੀ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਚੀਨ ਤੋਂ ਖਬਰ ਹੈ ਜਿੱਥੇ ਉੱਤਰ ਪੂਰਬੀ ਚੀਨ ਦੇ ਲਿਆਓਨਿੰਗ ਸੂਬੇ ਦੀ ਰਾਜਧਾਨੀ ਸ਼ੈਨਯਾਂਗ ਦੇ ਰੈਸਟੋਰੈਂਟ ਵਿੱਚ ਗੈਸ ਧਮਾਕੇ ਵਿੱਚ 4 ਜਣਿਆਂ ਦੀ ਮੌਤ ਹੋ ਗਈ ਤੇ 47 ਲੋਕ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਫਾਇਰ ਬ੍ਰਿਗੇਡ ਅਮਲੇ ਦੇ 100 ਦੇ ਕਰੀਬ ਮੈਂਬਰਾਂ ਨੇ ਅੱਗ ਤੇ ਕਾਬੂ ਪਾਇਆ ਤੇ ਰਾਹਤ ਕਾਰਜਾਂ ਵਿੱਚ ਮਦਦ ਕੀਤੀ। 3 ਮੰਜ਼ਲਾ ਇਮਾਰਤ ਦੇ ਵਿੱਚ ਵੱਡਾ ਨੁਕਸਾਨ ਹੋਇਆ ਹੈ। ਇਲਾਕੇ ਦੇ ਵਿੱਚ ਮਲਬੇ ਦਾ ਵੱਡਾ ਢੇਰ ਲੱਗ ਗਿਆ। ਨੇੜੇ ਦੀਆਂ ਇਮਾਰਤਾਂ ਵੀ ਨੁਕਸਾਨੀਆਂ ਗਈਆਂ ਨੇ। ਚਸ਼ਮਦੀਦਾਂ ਦੇ ਮੁਤਾਬਿਕ ਜੋ ਧਮਾਕਾ ਹੋਇਆ ਤਾਂ ਇੰਜ ਲੱਗਿਆ ਕਿ ਕਿਸੇ ਨੇ ਬੰਬ ਸੁੱਟਿਆ ਹੋਵੇ। ਚੀਨ ਤੇ ਤਾਇਵਾਨ ਦੀ ਸ਼ਬਦੀ ਜੰਗ ਦੇ ਵਿਚਾਲੇ ਅਮਰੀਕਾ ਨੇ ਇਸ ਵਿੱਚ ਐਂਟਰੀ ਮਾਰੀ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਹੈ ਕਿ ਜੇ ਚੀਨ ਨੇ ਤਾਇਵਾਨ ਤੇ ਹਮਲਾ ਕੀਤਾ ਤਾਂ ਅਮਰੀਕਾ ਤਾਇਵਾਨ ਦੀ ਰੱਖਿਆ ਕਰੇਗਾ। ਅਮਰੀਕਾ ਦੇ ਵਿੱਚ ਇੱਕ ਇਵੈਂਟ ਦੇ ਦੌਰਾਨ ਰਾਸ਼ਟਰਪਤੀ ਜੋ ਬਾਈਡਨ ਨੂੰ ਇਹ ਸਵਾਲ ਪੁੱਛਿਆ ਗਿਆ ਸੀ। ਜੋ ਬਾਈਡਨ ਨੇ ਕਿਹਾ ਕਿ ਸਾਨੂੰ ਚੀਨ ਦੇ ਨਾਲ ਸੰਘਰਸ਼ ਦੀ ਕੋਈ ਚਿੰਤਾ ਨਹੀਂ ਹੈ। ਲੋਕਾਂ ਨੂੰ ਵੀ ਇਹ ਸੋਚਣ ਦੀ ਲੋੜ ਨਹੀਂ ਹੈ ਕਿ ਚੀਨ ਸਾਡੇ ਤੋਂ ਜ਼ਿਆਦਾ ਤਾਕਤਵਰ ਹੁੰਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਚੀਨ, ਰੂਸ ਅਤੇ ਬਾਕੀ ਦੁਨੀਆ ਜਾਣਦੀ ਹੈ ਕਿ ਸਾਡੇ ਕੋਲ ਦੁਨੀਆ ਦੇ ਇਤਿਹਾਸ ਦੀ ਸਭ ਤੋਂ ਸ਼ਕਤੀਸ਼ਾਲੀ ਫੌਜ ਹੈ। ਜਦੋਂ ਵੀ ਤਾਇਵਾਨ ਦੀ ਰੱਖਿਆ ਦੇ ਪੇਚੀਦਾ ਮੁੱਦੇ ਦੀ ਗੱਲਬਾਤ ਆਉਂਦੀ ਹੈ ਤਾਂ ਅਮਰੀਕਾ ਨੇ ਅਰਸਿਆਂ ਤੋਂ ਰਣਨੀਤਿਕ ਅਸਪਸ਼ਟਤਾ ਦੀ ਸਥਿਤੀ ਰੱਖੀ ਹੈ। ਇਸ ਦਾ ਮਤਲਬ ਇਹ ਹੈ ਕਿ ਅਮਰੀਕਾ ਜਾਣ ਬੁੱਝ ਕੇ ਇਸ ਵਿਸ਼ੇ ਤੇ ਅਸਪਸ਼ਟ ਰਿਹਾ ਹੈ ਕਿ ਜੇ ਚੀਨ ਤਾਇਵਾਨ ਤੇ ਹਮਲਾ ਕਰਦਾ ਹੈ ਤਾਂ ਉਹ ਕੀ ਕਰੇਗਾ। ਅਮਰੀਕਾ ਦੀ ਇੱਕ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਉਹਨਾਂ ਮੁਲਕਾਂ ਦੇ ਵਿੱਚ ਸ਼ਾਮਿਲ ਹੈ ਜੋ ਹਾਈਪਰਸੋਨਿਕ ਹਥਿਆਰਾਂ ਦੀ ਤਕਨੀਕ ਵਿਕਸਿਤ ਕਰ ਰਹੇ ਨੇ। ਅਮਰੀਕਾ ਦੀ ਸੁਤੰਤਰ ਕਾਂਗਰਸੀਅਲ ਰਿਸਰਚ ਸਰਵਿਸ CRAS ਦੀ ਹਾਲੀਆ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਭਾਵੇਂ ਹੀ ਅਮਰੀਕਾ, ਰੂਸ ਤੇ ਚੀਨ ਦੇ ਕੋਲ ਸਭ ਤੋਂ ਆਧੁਨਿਕ ਹਾਈਪਰਸੋਨਿਕ ਹਥਿਆਰ ਹੋਣ, ਪਰ ਭਾਰਤ, ਆਸਟ੍ਰੇਲੀਆ, ਫਰਾਂਸ, ਜਰਮਨੀ ਅਤੇ ਜਾਪਾਨ ਵਰਗੇ ਮੁਲਕ ਵੀ ਹਾਈਪਰਸੋਨਿਕ ਹਥਿਆਰਾਂ ਦੀ ਤਕਨੀਕ ਵਿਕਸਿਤ ਕਰ ਰਹੇ ਨੇ। CSR ਦੇ ਮੁਤਾਬਿਕ ਆਸਟ੍ਰੇਲੀਆ ਨੇ ਹਾਈਪਰਸੋਨਿਕ ਹਥਿਆਰਾਂ ਦੇ ਲਈ ਅਮਰੀਕਾ ਦੇ ਨਾਲ ਪਾਰਟਨਰਸ਼ਿਪ ਕੀਤੀ ਹੈ ਤੇ ਭਾਰਤ ਨੂੰ ਇਸ ਵਿੱਚ ਰੂਸ ਤੋਂ ਸਹਿਯੋਗ ਮਿਲ ਰਿਹਾ ਹੈ। ਭਾਰਤ ਨੇ 7 ਹਾਈਪਰਸੋਨਿਕ ਕਰੂਜ਼ ਮਿਸਾਈਲਾਂ ਵਿਕਸਿਤ ਕਰਨ ਦੇ ਲਈ ਰੂਸ ਦੇ ਨਾਲ ਸਾਂਝੇਦਾਰੀ ਕੀਤੀ ਹੈ। ਇਹ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਹੈ। ਹਾਈਪਰਸੋਨਿਕ ਮਿਸਾਈਲ ਬਾਕੀ ਮਿਸਾਈਲਾਂ ਦੇ ਮੁਕਾਬਲੇ ਬਹੁਤ ਤਾਕਤਵਰ, ਸ਼ਕਤੀਸ਼ਾਲੀ ਹੁੰਦੀ ਹੈ। ਆਵਾਜ਼ ਦੀ ਗਤੀ ਤੋਂ 5 ਗੁਣਾ ਤੇਜ਼ ਰਫ਼ਤਾਰ ਨਾਲ ਉੱਡਦੇ ਹੋਏ ਆਪਣੇ ਮਿਸ਼ਨ ਵੱਲ ਇਹ ਵੱਧ ਜਾਂਦੀ ਹੈ। ਜਾਂਦੇ ਪੰਜਾਬੀ ਮਾਂ ਬੋਲੀ ਦੇ ਨਾਲ ਜੁੜੀ ਇੱਕ ਹੋਰ ਜਾਣਕਾਰੀ ਤੁਹਾਨੂੰ ਦੱਸ ਦਿੰਦੇ ਹਾਂ। ਚੰਡੀਗੜ੍ਹ ਪੰਜਾਬੀ ਮੰਚ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਪੰਜਾਬੀ ਨੂੰ ਪਹਿਲੀ ਅਤੇ ਪ੍ਰਸ਼ਾਸਕੀ ਭਾਸ਼ਾ ਪਹਿਲਾਂ ਵਾਂਗੂ ਲਾਗੂ ਕਰਨ ਦੇ ਲਈ 1 ਨਵੰਬਰ ਯਾਨੀ ਕਿ ਸੋਮਵਾਰ ਨੂੰ ਕਾਲਾ ਦਿਵਸ ਮਨਾਇਆ ਜਾਵੇਗਾ। 1 ਨਵੰਬਰ ਨੂੰ ਸਵੇਰੇ 10 ਵਜੇ ਸੈਕਟਰ 19 ਦੇ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਣ ਦੀ ਸਾਰੇ ਪੰਜਾਬੀ ਪ੍ਰੇਮੀਆਂ ਨੂੰ ਚੰਡੀਗੜ੍ਹ ਪੰਜਾਬੀ ਮੰਚ ਨੇ ਬੇਨਤੀ ਕੀਤੀ ਹੈ, ਅਪੀਲ ਕੀਤੀ ਹੈ ਤੇ ਇੱਥੋਂ 11 ਵਜੇ ਸਵੇਰੇ ਪੈਦਲ ਰੋਸ ਮਾਰਚ ਸ਼ੁਰੂ ਹੋਵੇਗਾ ਜਿਹੜਾ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਸੈਕਟਰ 17 ਪਲਾਜ਼ਾ ਵਿੱਚ ਜਾ ਕੇ ਸਮਾਪਤ ਹੋਵੇਗਾ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।